ਮੈਨੂੰ ਮੇਰਾ ਹਰ 25-30 ਸਾਲ ਹੋ ਗਏ ਨੇ, ਮੈਂ ਨਾਈ ਦੀ ਦੁਕਾਨ 'ਤੇ ਗਿਆ ਹੀ ਕਦੀ ਨਹੀਂ। ਨਾ ਮੇਰੇ ਵਾਲਾਂ ਨੂੰ ਕੈਂਚੀ ਲੱਗੀ, ਨਾ ਉਸ ਤਰ੍ਹਾਂ ਲੱਗਾ, ਨਾ ਮੇਰੀ ਦਾੜੀ ਨੂੰ ਲੱਗੀ ਹੈ ਅਤੇ ਨਾ ਮੇਰੇ ਸਿਰ ਦੇ ਵਾਲਾਂ ਨੂੰ ਲੱਗੀ। ਇਹ ਮੁੱਛਾਂ ਦੇ ਵਾਲ ਥੋੜ੍ਹੇ ਨੇ ਮੈਂ ਕੈਂਚੀ ਨਾਲ ਆਪ ਹੀ ਠੀਕ ਕਰ ਲੈਣਾ ਤਾਂ ਕਿ ਪਾਣੀ ਮਕਰੂ ਨਾ ਹੋ ਜਾਏ। ਕਿ ਬਾਬਾ ਯਾਹਿਆ ਦੇ ਕੋਲ ਜਿੰਨਾਤ ਨੇ ਅਤੇ ਉਹ ਜਿਹੜੀ ਗੱਲ ਕਰਦੇ ਨੇ ਹੋ ਜਾਂਦੀ ਹੈ। ਹੁਣ ਤੁਸੀਂ ਕੀ ਕਹੋਗੇ ਕਿ ਇਹ ਮਹਿਜ਼ ਨਹੀਂ, ਮੇਰੇ ਜਿੰਨਾਤ ਨਾਲ ਤਾਲੁਕਾਤ ਹੈ ਨੇ ਭਾਈ ਜਾਨ, ਇਹਦੇ ਵਿੱਚ ਛੁਪਾਉਣ ਵਾਲੀ ਯਾਰ ਗੱਲ ਕੀ ਹੈ ਉਹਨਾਂ ਦਾ। ਮੈਂ ਅੱਛਾ ਮਜ਼ੇ ਦੀ ਗੱਲ ਹੈ ਕਿ ਮੈਂ ਕਿਸੇ ਨੂੰ ਬੈਤ ਨਹੀਂ ਅੱਜ ਜ਼ਿਕਰ ਕੀਤਾ। ਆਈ ਮੀਨ ਕਿ ਕੋਈ ਸ਼ਖਸ ਐਸਾ ਨਹੀਂ ਇਸ ਦੁਨੀਆ ਦੇ ਵਿੱਚ ਜਿਹਨੂੰ ਮੈਂ ਕਿਹਾ ਕਿ ਮੈਂ ਤੇਰਾ ਪੀਰ ਹਾਂ ਅਤੇ ਤੂੰ ਮੇਰਾ ਮੁਰੀਦ ਹੈ ਔਰ ਮੈਂ ਤੈਨੂੰ ਉਹਦਾ ਕਿ ਮੈਂ ਇਸ ਸਿਲਸਿਲੇ ਦੇ ਖਿਲਾਫ ਹਾਂ। ਉਹ ਫਿਰ ਹੈ ਕਿ ਨਾਲੇ ਮੇਰੀ ਕੁਛ ਲਾਈਨ ਇਸ ਕਿਸਮ ਦੀ ਹੈ ਕਿ ਮੈਂ ਬੰਦਿਆਂ 'ਚ ਰਹਿ ਹੀ ਨਹੀਂ ਸਕਦਾ। ਅੱਛਾ ਜੀ, ਅਤੇ ਬੰਦਾ ਕੋਈ ਵੀ ਮੇਰੇ ਕੋਲ ਰਵੇ 2-4 ਦਿਨ ਬਾਅਦ ਬੇਜ਼ਾਰ ਹੋ ਜਾਂਦਾ ਮੇਰੇ ਕੋਲ। ਕਾਜ਼ੀ ਨੂੰ ਸਰਕਾਰ ਫਿਰ ਜਨਾਬ ਜਿਸਲੇ ਆਏ ਨੇ ਅਤੇ ਜਿਸਲੇ ਆਏ ਨੇ ਅਤੇ ਯਕੀਨ ਕਰੋ ਤੁਸੀਂ ਕਿ ਮੈਂ ਡਰਾਂ ਪਿਆ, ਲੱਤਾਂ ਮੇਰੀਆਂ ਕੰਬਣ ਕਿ ਯਾ ਅੱਲਾ ਹੁਣ ਪਤਾ ਨਹੀਂ ਮੇਰੇ ਨਾਲ ਕੀ ਹੋਣਾ। ਅਤੇ ਕਾਜ਼ੀ ਸਾਹਿਬ ਮੇਰੇ ਕੋਲ ਜਿਸਲੇ ਆਏ ਨਾ ਅਤੇ ਮੈਨੂੰ ਵੇਖ ਕੇ ਅਤੇ ਮੈਨੂੰ ਖਲੋ ਗਏ ਅਤੇ ਮੈਨੂੰ ਕਹਿੰਦੇ ਨੇ यू आर नॉटी बॉय है। अच्छा, बिस्मिल्लाहिर्रहमानिर्रहीम। मैं यासिर जंजुआ और आप देख रहे हैं यासिर जंजुआ पॉडकास्ट के एक और एपिसोड। आज हमारे साथ हैं बाबा मोहम्मद याहिया ख़ान साहिब और आपके बहुत सारे कमेंट्स आ रहे थे कि बाबा जी को अपने पॉडकास्ट पे लेके आएँ। आज हम इनके पास हाज़िर हुए हैं लाहौर में और बाबा जी से गुफ्तगू करेंगे। सर अस्सलाम वालेकुम। बाबा जी उम्र कितनी हो गई है ताड़ी? आपने एक 2 इंटरव्यूज़ में 2 उम्रें बताई हैं अपनी कि एक उम्र मेरी जो है वो शायद 90। जी, मैं तुम्हारी खिदमत, मैं आपकी खिदमत में अर्ज़ करूँ, बेहतर बात ये होती है कि कभी भी लोग वैसे कहते हैं कि औरत को उहदी उम्र नहीं पूछनी चाहिए चाहे बुढ़ी हो जाए। मैं समझना कि औरत ही नहीं बल्कि मर्द को उहदी उम्र ना पूछो। क्या कह ठीक है। ਉਮਰ ਔਰਤ ਦੀ ਜਿਹੜੀ ਹੈ ਨਾ ਉਹਦੇ ਜਿਸਮ ਤੋਂ, ਉਹਦੇ ਚਿਹਰੇ ਦੇ ਖੱਦੋ ਖਾਲ ਤੋਂ ਔਰ ਉਹ ਨਜ਼ਰ ਆ ਜਾਂਦਾ, ਉਹਦੇ ਬੱਚਿਆਂ ਤੋਂ ਪਤਾ ਲੱਗ ਜਾਂਦਾ। ਅਤੇ ਮਰਦ ਜਿਹੜਾ ਹੈ ਨਾ ਜੀ, ਉਹਦੇ 18 ਬੱਚੇ ਹੋਣ, ਉਹ ਵੱਡਾ ਬੱਚਾ ਜਿਹੜਾ ਉਹ ਵੀ ਅੱਗੇ ਬੱਚਿਆਂ ਦਾ ਹੋਵੇ ਅਤੇ ਉਹ ਪਤਾ ਨਹੀਂ ਲੱਗਦਾ ਕਿ ਇਹਦੀ ਸ਼ਾਦੀ ਹੋਈ ਵੀ ਕਿ ਨਹੀਂ ਹੋਈ। ਅਤੇ ਇਸੇ ਵਾਸਤੇ ਉਮਰ ਦਾ ਜਿਸਮ ਤੱਕ ਸਵਾਲ ਹੈ ਨਾ ਜੀ, ਅਤੇ ਮੈਨੂੰ ਨੂਰ ਜਹਾਨ ਵਾਲੀ ਗੱਲ ਹੀ ਯਾਦ ਆ ਜਾਂਦੀ ਹੈ। ਉਹਨੂੰ ਕਿਸੇ ਪੁੱਛਿਆ, ਮੈਡਮ ਤੁਹਾਡੀ ਅੱਜ ਕਿੰਨੇ ਕੁ ਗੀਤ ਰਿਕਾਰਡ ਕਰਾਏ ਨੇ? ਮੈਡਮ ਕਹਿੰਦੀ ਹੈ, ਪੁੱਤਰਾ ਗੱਲ ਹੈ ਕਿ ਨੂਰ ਜਹਾਨ ਨੇ ਅੱਜ ਤੱਕ ਆਪਣੇ ਗੁਨਾਹਾਂ ਅਤੇ ਗਾਣੇ ਦਾ ਹਿਸਾਬ ਨਹੀਂ ਰੱਖਿਆ। ਇਹ ਜਵਾਬ ਕੋਈ ਦਰਵੇਸ਼ ਹੀ ਦੇ ਸਕਦਾ, ਸੂਫੀ ਹੀ ਦੇ ਸਕਦਾ, ਕੋਈ ਫਿਲਾਸਫਰ ਹੀ ਦੇ ਸਕਦਾ। ਆਮ ਆਦਮੀ ਦੁਨੀਆਦਾਰ ਇਹ ਇਸ ਗੱਲ ਦੇ ਮੁਤਲਕ ਸੋਚ ਹੀ ਨਹੀਂ ਸਕਦਾ ਜਿਹੜਾ ਮੈਡਮ ਨੇ ਜਵਾਬ ਦਿੱਤਾ ਕਿ ਮੈਂ ਆਪਣੇ ਗੁਨਾਹਾਂ ਅਤੇ ਗਾਣੇ ਦਾ ਹਿਸਾਬ ਨਹੀਂ। ਅਤੇ ਦੋਵੇਂ ਗਾਫ ਨਾਲ ਸ਼ੁਰੂ ਹੁੰਦੇ। ਹਾਂਜੀ, ਠੀਕ ਹੈ ਜੀ। ਅਤੇ ਅਰਜ਼ ਕਰਨ ਦਾ ਮਤਲਬ ਹੈ ਕਿ ਤੁਸੀਂ ਮੇਰੇ ਕੋਲੋਂ ਉਮਰ ਪੁੱਛਦੇ ਹੋ ਪਏ ਕਿ ਮੇਰੀ ਉਮਰ ਕਿੰਨੀ ਹੈ, ਅਤੇ ਮੈਂ ਤੁਹਾਨੂੰ ਅਗਰ ਇੱਕ ਜਵਾਬ ਦਿੱਤਾ ਕਿ ਮੈਂ ਤਾਂ ਆਦਮ ਦੇ ਨਾਲ ਹੀ ਪੈਦਾ ਹੋਇਆ ਸਾਂ, ਅਤੇ ਤੁਸੀਂ ਮੇਰੀ ਗੱਲ ਨੂੰ ਰੱਦ ਕਰ ਸਕਦੇ ਹੋ? ਦੱਸੋ, ਮੇਰੀ ਗੱਲ ਨੂੰ ਠੁਕਰਾ ਸਕਦੇ ਹੋ? ਤੁਸੀਂ ਮੇਰੀ ਗੱਲ ਨੂੰ ਗਲਤ ਕਹਿ ਸਕਦੇ ਹੋ? ਅਗਰ ਮੈਂ ਜਵਾਬ ਦਿਆਂ ਕਿ ਮੇਰੀ ਉਮਰ ਮੈਂ ਆਦਮ ਨਾਲ ਹੀ ਪੈਦਾ ਹੋਇਆ ਸਾਂ ਜੀ, ਸਹੀ, ਅਤੇ ਤੁਸੀਂ ਜਵਾਬ ਮੇਰੇ ਖਿਆਲ ਮੇਰੇ ਇਹ ਨਹੀਂ ਕਹਿ ਸਕਦੇ ਤੁਸੀਂ ਬਾਬਾ ਜੀ ਗਲਤ ਜਵਾਬ ਦਿੱਤਾ। ਹਾਂਜੀ, ਬਿਲਕੁਲ ਇਹੀ ਗੱਲ ਹੈ ਨਾ, ਬਿਲਕੁਲ ਸਹੀ। ਅਤੇ ਗੱਲ ਹੈ ਵੀ ਕਿ ਵੈਸੇ ਮਾਹੋ ਸਾਲ ਦਾ ਅਗਰ ਹਿਸਾਬ ਕਿਤਾਬ ਲਾਇਆ ਜਾਏ ਜੀ ਜੀ, ਅਤੇ ਉਹ ਹੈ ਕਿ ਬਸ ਅਸੀਂ ਪਾਕਿਸਤਾਨ ਦਾ ਵਜੂਦ ਵੀ ਨਹੀਂ ਸੀ ਜੀ ਜੀ ਜੀ, ਅਤੇ ਪੁਰਾਣਾ ਵਕਤ ਸੀ, ਅੰਗਰੇਜ਼ਾਂ ਦਾ ਦੌਰ ਸੀ, ਦਿੱਲੀ ਵਿੱਚ ਅੰਗਰੇਜ਼ਾਂ ਦੀ ਹਕੂਮਤ ਸੀ। ਹਾਂਜੀ, ਅਤੇ ਗੋਰੇ 2-4 ਗੱਡੀਆਂ ਲੈ ਕੇ ਫਿਰਦੇ ਹੁੰਦੇ ਸਨ, ਅਤੇ ਉਹਨਾਂ ਕੋਲ ਹੀ ਜਾਈ ਕਿ ਸਿੱਖ ਕੋਲ ਵਕੀਲ ਸਿੱਖ ਸੀ, ਉਹਦੇ ਕੋਲ ਗੱਡੀ ਸਿਆਲਕੋਟ 'ਚ ਹੁੰਦੀ ਸੀ, ਅਤੇ ਜਾਂ ਗੋਰਿਆਂ ਦੀਆਂ ਕਾਰਾਂ ਲੱਗਦੀਆਂ ਹੁੰਦੀਆਂ, ਅਤੇ ਜਿਹੜੇ ਪੌਂ ਪੌਂ ਦੀ ਆਵਾਜ਼ ਆਉਂਦੀ ਸੀ, ਨਿੱਕੇ ਨਿੱਕੇ ਬੱਚੇ ਬਾਹਰ ਨਿਕਲ ਆਉਂਦੇ ਹੁੰਦੇ ਸਨ। ਅਤੇ ਪਾਕਿਸਤਾਨ ਬਣਨ ਤੋਂ ਕੁਛ ਹੀ ਅਰਸੇ ਬਾਅਦ ਮੇਰੀ ਸ਼ਾਦੀ ਪਹਿਲੀ ਹੋ ਗਈ ਸੀ। ਹੁਣ ਆਪਣਾ ਅੰਦਾਜ਼ਾ ਲਾ ਲਓ ਕਿ ਉਮਰ ਕਿਹੜੀ ਹੈ। ਹੁਣ ਮੇਰੇ ਕੋਲ ਤੁਸੀਂ ਨਾ ਲਵੋਗੇ ਮੈਂ ਜ਼ਿੰਦਗੀ ਦੇ ਵਿੱਚ ਕਿਹਨੂੰ ਕਿਹਨੂੰ ਜ਼ਿੰਦਗੀ 'ਚ ਮਿਲਿਆ, ਅਤੇ ਉਹਦੀ ਚਾਹੇ ਕਿ ਜਿੰਨੇ ਵੀ ਵੱਡੇ ਬੰਦੇ ਹੈ ਨੇ ਸਿਆਸੀ ਤੌਰ 'ਤੇ, ਮਜ਼ਹਬੀ ਤੌਰ 'ਤੇ, ਅਖਲਾਕੀ ਤੌਰ ਦੇ ਉੱਤੇ, ਇਨਸਾਨੀ ਤੌਰ ਦੇ ਉੱਤੇ ਵੀ,
ਉਹਨਾਂ ਸਾਰਿਆਂ ਇਨਸਾਨਾਂ ਨੂੰ ਮੈਂ ਜ਼ਿੰਦਗੀ ਦੇ ਵਿੱਚ ਮਿਲਿਆ, ਇਹਨਾਂ ਦੀ ਖਿਦਮਤ ਕਰਨ ਦਾ ਮੌਕਾ ਮਿਲਿਆ। ਹਾਂਜੀ, ਅਤੇ ਜਦੋਂ ਮੈਂ ਪੈਦਾ ਹੋਇਆ ਅਲਾਮਾ ਇਕਬਾਲ ਜ਼ਿੰਦਾ ਸਨ ਜੀ। ਅੱਛਾ, ਠੀਕ ਹੈ, ਔਰ ਮੈਨੂੰ ਸੋਬਤ ਵੀ ਉਹਨਾਂ ਦੀ ਨਸੀਬ ਹੋਈ ਹੈ। ਠੀਕ ਹੈ ਜੀ, ਮੈਂ ਉਹਨਾਂ ਦੀ ਗੋਦ ਦੇ ਵਿੱਚ ਵੀ, ਨਾਮ ਹੀ ਮੇਰਾ ਉਹਨਾਂ ਰੱਖਿਆ ਸੀ। ਅੱਛਾ, ਔਰ ਕਿਉਂਕਿ ਅਸੀਂ ਇੱਕੋ ਜਗ੍ਹਾ ਦੇ ਰਹਿਣ ਵਾਲੇ ਸਨ, ਸਿਆਲਕੋਟ ਦੇ। ਹਾਂਜੀ, ਅਤੇ ਵਾਲਿਦ ਸਾਹਿਬ ਉਹਨਾਂ ਦੇ ਦੋਸਤ ਸਨ। ਉਹਨਾਂ ਦਾ ਮੁਸ਼ਤਰਕਾ ਜਿਹੜਾ ਸ਼ੌਕ ਸੀ, ਜਾਂ ਤਾਂ ਸ਼ੇਰੋ ਸ਼ਾਇਰੀ ਸੀ, ਜਾਂ ਫਾਰਸੀ ਲੈਂਗੁਏਜ ਸੀ, ਔਰ ਜਾਂ ਫਿਰ ਹੁੱਕਾ ਪੀਣਾ ਸੀ। ਅੱਛਾ, ਉਹ ਇੱਕੋ ਹੀ ਦੁਕਾਨ 'ਤੇ ਜਨਾਬ ਲਈ ਜਾ ਕੇ ਤੇ ਹੁੱਕਾ ਸ਼ੁੱਕਾ ਪੀਂਦੇ ਹੁੰਦੇ ਸਨ, ਲੱਸੀਆਂ ਸ਼ੱਸੀਆਂ ਪੀਂਦੇ ਹੁੰਦੇ, ਪੰਜਾਬੀ 'ਚ ਗੁਫ਼ਤਗੂ ਕਰਦੇ ਸਨ। ਨਾਲੇ ਇਹ ਵੀ ਚੀਜ਼ ਮੈਂ ਮਹਿਸੂਸ ਕੀਤੀ ਕਿ ਜਿੰਨੇ ਵੱਡੇ ਬੰਦੇ ਨੇ ਉਹ ਆਪਣੀ ਮਾਦਰੀ ਜ਼ੁਬਾਨ 'ਚ ਗੁਫ਼ਤਗੂ ਕਰਦੇ ਹਨ। ਜੀ ਜੀ, ਜੈਸੇ ਮੇਰੇ ਬਜ਼ੁਰਗ, ਮੇਰੇ ਉਸਤਾਦ ਅਸ਼ਫਾਕ ਅਹਿਮਦ ਖਾਨ ਸਾਹਿਬ। ਜੀ ਜੀ, ਅਤੇ ਅਸ਼ਫਾਕ ਸਾਹਿਬ ਦੇ ਕੋਲੋਂ ਮੈਂ ਘੱਟ ਹੀ ਕਿਤੇ ਉਰਦੂ ਸੁਣੀ ਹੈ। ਉਹ ਆਪਣੀ ਜ਼ੁਬਾਨ ਦੇ ਵਿੱਚ ਗੱਲਾਂ ਕਰਦੇ ਹੁੰਦੇ ਸਨ, ਪੰਜਾਬੀ ਦੇ ਵੀ, ਉਹ ਵੀ ਪੰਜਾਬੀ ਜਿਹੜੀ ਮੁਸਤਮਲ ਪੰਜਾਬ 'ਚ ਨਹੀਂ, ਕਪੂਰਥਲੇ ਵਾਲੀ ਅਤੇ ਉਹ ਸਾਈਡ ਦੀ ਜ਼ੁਬਾਨ ਜਿਹਦੇ ਵਿੱਚ ਥੋੜ੍ਹਾ ਜਿਹਾ ਲਹਿਜਾ ਜਿਹੜਾ ਉਹ ਬੜਾ ਕਸੈਲਾ ਜਿਹਾ ਹੋ ਜਾਂਦਾ। ਹਾਂਜੀ, ਉਹਦੀ ਚਾਸ਼ਨੀ, ਉਹ ਮਿਠਾਸ ਨਹੀਂ ਰਹਿੰਦੀ। ਕਾਇਦੇ ਆਜ਼ਮ ਨੂੰ ਮਿਲੇ ਹੋ ਜੀ? ਕਾਇਦੇ ਆਜ਼ਮ ਨੂੰ? ਕਾਇਦੇ ਆਜ਼ਮ ਨਾਲ ਤਾਂ ਮੈਂ ਗੱਲਾਂ ਕੀਤੀਆਂ ਨੇ। ਕਾਇਦੇ ਆਜ਼ਮ ਨੇ ਮੈਨੂੰ ਖਿਤਾਬ ਦਿੱਤਾ ਸੀ ਕਿ ਯੂ ਆਰ ਵੈਰੀ ਨਾਟੀ ਬॉय। ਅੱਛਾ, ਹਾਂ ਜੀ। ਅਤੇ ਨਵਾਂ ਤਹਿਰੀਕ ਜਿਹੜੀ ਸ਼ੁਰੂ ਹੋਈ ਹੈ, ਅਤੇ ਫਿਰ ਸਾਡੇ ਦਰਵਾਜ਼ੇ ਦੇ ਅੱਗੋਂ ਕਾਇਦੇ ਆਜ਼ਮ ਸਾਹਿਬ ਨੇ ਗੁਜ਼ਰਨਾ ਸੀ, ਸੜਕ ਦੇ ਉੱਤੇ ਸਾਡਾ ਘਰ ਸੀ, ਅਤੇ ਉੱਥੇ ਬਿਜਲੀ ਦਾ ਪੋਲ ਲੱਗਾ ਹੋਇਆ ਸੀ, ਇਸ ਪਾਸੇ ਖੰਭਾ ਲਾ ਕੇ ਲੱਕੜੀ ਦਾ ਅਸੀਂ ਦਰਵਾਜ਼ਾ, ਆਰਾਇਸ਼ੀ ਦਰਵਾਜ਼ਾ ਬਣਾਇਆ, ਉਹਦੇ 'ਤੇ ਗੋਟੇ ਛੋਟੇ ਫੁੱਲ ਕਾਗਜ਼ੀ ਲਪੇਟੇ, ਅਤੇ ਬੜਾ ਉਹਨੂੰ ਸਜਾਇਆ, ਅਤੇ ਹੇਠਾਂ ਰੰਗਦਾਰ ਬੂਰਾ ਪਾ ਕੇ, ਹਾਂਜੀ, ਅਤੇ ਉਹਦੇ 'ਚ ਬੜੀਆਂ ਵੈਲਕਮ ਲਿਖਿਆ, ਅਤੇ ਇਹ ਕੀਤਾ ਉਹ ਕੀਤਾ, ਇਹੋ ਜਿਹੇ ਅਸੀਂ ਕੰਮ ਕਰਦੇ ਨੂੰ। ਅਤੇ ਉਹ ਫਿਰ ਉਹਨਾਂ ਕਿਹਾ ਜੀ, ਸਾਡਾ ਇੱਕ ਬੰਦਾ ਬੜਾ ਦਿਮਾਗ ਉਹਦਾ ਕੰਮ ਕਰਦਾ ਹੁੰਦਾ ਸੀ, ਉਹ ਕਹਿੰਦਾ ਅਸੀਂ ਕੋਈ ਐਸਾ ਕੰਮ ਕਰੀਏ ਜਿਹੜਾ ਸਿਆਲਕੋਟ 'ਚ ਹੋਰ ਕਿਸੇ ਨੇ ਕੀਤਾ ਹੋਇਆ। ਸਹੀ। ਉਹ ਸੋਚ ਕੇ ਅਤੇ ਫਿਰ ਸਾਨੂੰ ਪਤਾ ਲੱਗਾ ਕਿ ਕੰਮ ਅਸੀਂ ਇਹ ਕਰ ਸਕਦੇ ਹਾਂ ਕਿ ਦਰਵਾਜ਼ਾ ਬਣਾਉਂਦੇ ਹਾਂ, ਅਤੇ ਇਹਦੇ 'ਤੇ ਫੁੱਲਾਂ ਦੀ ਉੱਤੇ ਬਾੜਾਂ ਲਾਉਂਦੇ ਹਾਂ, ਬੇਲ ਬੂਟੇ ਲਾਉਂਦੇ ਹਾਂ, ਅਤੇ ਜਿਸ ਵੇਲੇ ਕਾਇਦੇ ਆਜ਼ਮ ਸਾਹਿਬ ਦੀ ਕੈਟਲੌਗ ਹੇਠੋਂ ਗੁਜ਼ਰੇ ਆ ਕੇ, ਹਾਂਜੀ, ਅਤੇ ਉੱਤੋਂ ਜਨਾਬ ਦੋ ਕਬੂਤਰ ਘੁੱਗੀਆਂ ਡਿੱਗਣ, ਹਾਂਜੀ, ਉਹ ਡਿੱਗ ਕੇ ਅਤੇ ਉਹ ਆਪਣਾ ਉਹਨਾਂ ਦੇ ਉੱਤੇ ਡਿੱਗਣ ਅਤੇ ਫਿਰ ਉੱਥੋਂ ਉੱਡ ਜਾਣ। ਅੱਛਾ, ਠੀਕ। ਇਹ ਬੜਾ ਅੱਛਾ ਆਈਡੀਆ ਸੀ। ਸਹੀ। ਉਹਦੇ ਵਿੱਚ ਥੋੜ੍ਹੀ ਜਿਹੀ ਇਖਤਲਾਫ ਕੀ ਕਿ ਸ਼ੂਜ਼ਾਂ ਦੇ, ਬੂਟਾਂ ਦੇ ਜਿਹੜੇ ਡੱਬੇ ਹੁੰਦੇ ਨੇ ਗੱਤੇ ਦੇ, ਜੀ ਜੀ, ਜਿਹਨਾਂ ਦੇ ਨਵੇਂ ਬੂਟ ਮਿਲਦੇ ਨੇ, ਅਸੀਂ ਉਹਦੇ ਵਿੱਚ ਦੋ ਕਬੂਤਰ ਪਾਏ ਫੜ ਕੇ। ਕਬੂਤਰ ਹਰ ਤੀਸਰੇ ਘਰ ਕਬੂਤਰ ਹੁੰਦੇ ਸਨ, ਲੱਕੇ ਕਬੂਤਰ ਉਹਦੇ ਪਾ ਕੇ ਨਾ, ਹੁਣ ਕਹਿਣ ਲੱਗੇ ਕਿ ਇਸ ਬੰਦਾ ਕਿਹੜਾ ਬੱਚਾ ਜਿਹੜਾ ਉੱਤੇ ਚੜ੍ਹੇਗਾ, ਔਰ ਬੱਚਾ ਬੜਾ ਸਾਬਰ ਹੋਣਾ ਚਾਹੀਦਾ ਹੈ, ਟਾਈਮਿੰਗ ਉਹਦੀ ਬੜੀ ਦੁਰਸਤ ਹੋਣੀ ਚਾਹੀਦੀ ਹੈ, ਦਿਮਾਗ ਉਹਦਾ ਬੜਾ ਠੀਕ ਹੋਣਾ ਚਾਹੀਦਾ ਹੈ, ਬਹੁਤੜ ਜਿਹਾ ਬੱਚਾ ਨਹੀਂ ਚੜ੍ਹਾਉਣਾ ਉੱਤੇ, ਬੇਇੱਜ਼ਤੀ ਨਾ ਸਾਡੀ ਹੋਵੇ। ਅਸਲ ਮਸਲਾ ਕੀ ਸੀ ਕਿ ਜਿਸ ਵਕਤ ਕਾਇਦੇ ਆਜ਼ਮ ਰਹਿਮਤੁल्लाह ਅਲੈਹ ਦੀ ਗੱਡੀ ਹੇਠਾਂ ਆਵੇ, ਓਪਨ ਗੱਡੀ ਸੀ, ਹਾਂਜੀ, ਓਪਨ ਗੱਡੀ ਸੀ, ਹਾਂਜੀ, ਅਤੇ ਉਹ ਕਬੂਤਰ ਉਹਨਾਂ ਦੀ ਝੋਲੀ ਡਿੱਗਣ ਅਤੇ ਫਿਰ ਉੱਥੇ ਹੀ ਉੱਡਣ। ਸਹੀ। ਇਹ ਬੜਾ ਇੱਕ ਡਰਾਮਾਈ ਜਿਹਾ ਮੰਜ਼ਰ ਸੀ। ਹਾਂਜੀ। ਅਤੇ ਅਸੀਂ ਆ ਗਏ। ਹੁਣ ਮੁੰਡਿਆਂ ਦੋ ਚਾਰ ਨੂੰ ਚਾੜ੍ਹਿਆ, ਉਹਨਾਂ ਕੋਲ ਰਿਹਰਸਲ ਕਰਾਈ, ਇੱਕ ਲੱਤ ਇਸ ਪਾਸੇ, ਇੱਕ ਲੱਤ ਇਸ ਪਾਸੇ, ਅਤੇ ਡੱਬਾ ਉਹਦੇ ਹੱਥੀ ਫੜਾਇਆ, ਨਾਲ ਉਹਨੂੰ ਬੰਨ੍ਹਿਆ। ਲੈ ਵੀ ਜਿਸ ਵਕਤ ਇਹ ਖੰਭਾ ਟੱਪ ਕੇ ਅਤੇ ਇੱਥੇ ਇਸ ਘਰ ਦੇ ਸਾਹਮਣੇ ਆਉਣਗੇ ਨਾ, ਅਤੇ ਤੂੰ ਆਪਣਾ ਕਬੂਤਰ ਵਿੱਚੋਂ ਕੱਢ ਕੇ ਫੜ ਲੈਣੇ ਹੱਥ 'ਚ। ਸਹੀ। ਅਤੇ ਜਿੱਲੇ ਆਉਣੇ ਨਾਲ ਹੀ ਛੱਡ ਕੇ ਹੇਠਾਂ ਦੇ ਦੇਣੇ। ਉਹੀ ਕੰਮ ਜਿੱਲੇ ਦੇਖਿਆ, ਰਿਹਰਸਲ ਕਰਾਈ ਅਤੇ ਮੁੰਡੇ ਫੇਲ ਹੋ ਗਏ। ਅੱਛਾ। ਅਸੀਂ ਰਿਹਰਸਲ ਦੇ ਵਿੱਚ ਇੱਕ ਨਿੱਕੀ ਜਿਹੀ ਰੇਹੜੀ ਜਿਹੜੀ ਸੀ ਨਾ, ਉਹਦੇ ਥੱਲਿਓਂ ਗੁਜ਼ਾਰੀ, ਕਿਉਂਕਿ ਮੈਨੂੰ ਇਹ ਕਾਇਦੇ ਆਜ਼ਮ ਦੀ ਗੱਡੀ ਸਮਝ ਨਹੀਂ ਹੈ। ਠੀਕ ਹੈ। ਇਹਦੇ ਉੱਤੇ ਅਗਰ ਸੈੱਟ ਕਬੂਤਰ ਡਿੱਗਣਗੇ ਅਤੇ ਤੂੰ ਪਾਸ। ਸਹੀ ਹੈ। ਕੋਈ ਪਾਸ ਨਹੀਂ ਕਰ ਸਕੇ। ਕਈ ਰੇਹੜੀ ਗੁਜ਼ਰ ਗਈ ਹੈ ਅਤੇ ਕਈ ਹੇਠਾਂ ਡਿੱਗੇ ਨੇ ਸੜਕ 'ਤੇ ਆ ਗਏ, ਅਤੇ ਕਈ ਸੜਕ 'ਤੇ ਰੇਹੜੀ ਤੋਂ ਪਹਿਲਾਂ ਡਿੱਗ ਪਏ ਨੇ, ਅਤੇ ਕਈ ਸਾਈਡ 'ਤੇ ਡਿੱਗ ਪਏ ਨੇ। ਅਤੇ ਲਾਲਚ ਇਹ ਦਿੱਤਾ ਗਿਆ ਕਿ ਜਿਹੜਾ ਇਹ ਕੰਮ ਕਾਮਯਾਬੀ ਨਾ ਕਰੇਗਾ ਉਹਨੂੰ ਫਿਲਮ ਦਿਖਾਈ ਜਾਏਗੀ। ਠੀਕ ਜੀ। ਅੱਛਾ। ਮੱਛੀ ਖਵਾਈ ਜਾਏਗੀ, ਵੜੇ ਖਵਾਏ ਜਾਣਗੇ, ਬਰਫੀ ਖਵਾਈ ਜਾਏਗੀ, ਸਹੀ, ਅਤੇ ਉਹਦੀ ਬੜੀ ਇੱਜ਼ਤ ਹੋ, ਬੜੀ ਵਾਹ ਵਾਹ ਹੋਏਗੀ। ਸਹੀ। ਇਹ ਬੱਚਿਆਂ 'ਚ ਸਾਨੂੰ ਲਾਲਚ ਦਿੱਤਾ ਗਿਆ। ਅਸੀਂ ਫਿਲਮ ਦੇ ਲਾਲਚ 'ਚ ਉਹ ਮੈਂ ਵੀ ਐਂਟਰੀ ਕੀਤੀ। ਮੈਂ ਕਿਹਾ ਮੇਰੀ ਵੀ ਐਂਟਰੀ ਪਾਓ।
ਅੱਛਾ ਜੀ, ਉਹ ਮੈਨੂੰ ਉਹਨਾਂ ਚਾੜਿਆ ਅਤੇ ਮੈਂ ਦੁਬਲਾ ਪਤਲਾ ਸਾਂ, ਬਹੁਤ ਦੁਬਲਾ ਪਤਲਾ। ਉੱਤੇ ਚੜ੍ਹ ਕੇ ਅਤੇ ਮੈਂ ਇਹ ਆਪਣਾ ਦੋਵਾਂ ਲੱਤਾਂ ਨੂੰ ਇੰਝ ਕਰਕੇ ਅਤੇ ਕੇਂਗੜਾ ਪਾ ਲਿਆ, ਇੰਝ ਲੌਕ ਕੀਤਾ ਅੱਛਾ। ਅਤੇ ਇੰਝ ਕਰਕੇ ਬਹਿ ਗਏ। ਅਤੇ ਕਬੂਤਰ ਜਿਹੜੇ ਨਾਲ ਡੱਬਾ ਜਿਹੜਾ ਸੀ ਜੁੱਤੀਆਂ ਵਾਲਾ, ਉਹਨੂੰ ਹੱਥ ਫੜ ਲਿਆ। ਅਤੇ ਉਹਨਾਂ ਜਿਸ ਵੇਲੇ ਰੇਹੜੀ ਹੇਠੋਂ ਉਹਨੂੰ ਅਸੀਂ ਕਾਰ ਬਣਾਏ ਦਾ ਸੀ, ਰਿਹਰਸਲ ਕਰਦੇ ਸਨ ਨਾ ਵੇ। ਜੀ ਜੀ। ਉਹ ਫਿਰ ਰੇਹੜੀ ਜਿਹੜੀ ਸੀ ਨਾ ਕੁਲਫੀਆਂ ਵਾਲੀ, ਹਾਂਜੀ ਜਿਹੜੇ ਆਈ ਅਤੇ ਉਹਨਾਂ ਕਿਹਾ 1 2 3 ਜਿਸ ਤਰ੍ਹਾਂ ਤੁਸੀਂ ਨਹੀਂ ਕਹਿੰਦੇ ਉਹਨਾਂ ਨੇ ਕਿਹਾ ਜੀ, ਹਾਂਜੀ ਸਟਾਰਟ ਕੈਮਰਾ ਰੋਲਿੰਗ, ਅੱਛਾ ਲਾਈਟ, ਅੱਛਾ ਜੀ। ਉਹ ਜਿਸਲੇ ਉਹ ਸਾਰੀ ਗੱਲ ਕੀਤੀ ਨਾ, ਅਤੇ ਮੈਂ ਜਿਸਲੇ ਕਬੂਤਰ ਡੱਬਾ ਖੋਲ੍ਹ ਕੇ ਰੱਖਿਆ ਨਾ, ਅਤੇ ਇਤਫਾਕ ਦੇ ਨਾਲ ਜਨਾਬ ਗਲਤੀ ਕੀ ਹੋ ਗਈ ਕਿ ਕਬੂਤਰਾਂ ਦਾ ਕੋਈ ਆਤਮਾ ਨਹੀਂ ਸੀ ਠੀਕ, ਹੈ ਜੀ। ਉਹ ਕਾਇਦਿਆਂ ਦੀ ਝੋਲੀ 'ਚ ਪਹਿਲਾਂ ਤਾਂ ਡਿੱਗੀਆਂ ਬਿਠਾ, ਫਿਰ ਡਿੱਗਿਆ ਕਬੂਤਰ, ਅੱਛਾ ਕਹਿ ਕੇ ਅਤੇ ਤਾੜੀਆਂ ਜਿਸਲੇ ਇਹ ਕੰਮ ਹੋਇਆ ਨਾ, ਹਾਂਜੀ। ਅਤੇ ਕਾਇਦ ਆਜ਼ਮ ਸਾਹਿਬ ਨੇ ਉੱਥੇ ਇੰਝ ਕਰਕੇ ਤੱਕਿਆ। ਲੇਕਿਨ ਵੱਡੇ ਆਦਮੀ ਨੇ ਉਹ ਇਹੋ ਜਿਹੀਆਂ ਚੀਜ਼ਾਂ ਨੂੰ ਬਰਦਾਸ਼ਤ ਕਰ ਲੈਂਦੇ ਨੇ। ਹਾਂਜੀ। ਉਹਨਾਂ ਜੋ ਵੀ ਕੀਤਾ, ਉਸ ਤੋਂ ਬਾਅਦ ਜਦੋਂ ਗੁਜ਼ਰ ਗਈ ਅਤੇ ਪਤਾ ਲੱਗਾ ਕਿ ਬਿੱਠਾਂ ਪਹਿਲੋਂ ਡਿੱਗੀਆਂ ਨੇ, ਕਬੂਤਰ ਪਿੱਛੋਂ ਆਏ ਨੇ। ਉਹਨਾਂ ਦੀ ਹੁਣ ਅੱਧਾ ਘੰਟਾ ਹੋ ਗਿਆ ਸੀ ਰਿਹਰਸਲ ਕਰਦੇ ਉਹਨਾਂ ਦੀ ਹੁਣ ਪੇਟ ਖਰਾਬ ਹੋ ਗਏ ਸਨ। ਸਹੀ। ਹਾਂਜੀ। ਉਹ ਫਿਰ ਜਿੱਥੇ ਉਹਨਾਂ ਤਕਰੀਰ ਕਰਨੀ ਸੀ ਜਾ ਕੇ, ਉੱਥੇ ਫਿਰ ਅਸੀਂ ਫਿਰ ਬੱਚਿਆਂ ਖਾਕਸਾਰਾਂ ਵਿੱਚ ਵੀ ਸ਼ਾਮਲ ਸਾਂ। ਅੱਛਾ। ਨਿੱਕੀ ਜਿਹੀ ਨਿੱਕਰ ਅਤੇ ਹੇਠਾਂ ਬਾਟਾ ਦੀ ਸ਼ੂਜ਼ ਅਤੇ ਉੱਤੇ ਅਤੇ ਨਿੱਕੀ ਜਿਹੀ ਟਾਈ ਅਤੇ ਜਨਾਬ ਜੀ ਨਿੱਕੇ ਨਿੱਕੇ ਖਾਕਸਾਰ ਅਸੀਂ ਬਣੇ ਦੇ ਸਾਂ। ਉਹ ਫਿਰ ਜਲਦੀ ਮੈਂ ਉੱਥੋਂ ਉਤਰਿਆ ਅਤੇ ਡਰ ਵੀ ਬੜਾ, ਫਟਾਫਟ ਕੱਪੜੇ ਬਦਲੇ। ਅੱਛਾ। ਜਾ ਕੇ ਫਿਰ ਅਸੀਂ ਖਲੋਤੇ, ਹਾਂਜੀ ਅੱਧੇ ਖਾਕਸਾਰ ਬੱਚੇ ਇੱਧਰ ਅਤੇ ਅੱਧੇ ਇੱਧਰ, ਅਤੇ ਕਾਇਦ ਨੂੰ ਅਸੀਂ ਸਲਾਮੀ ਦੇਣੀ ਸੀ। ਫਿਰ ਕਾਇਦ ਆਜ਼ਮ ਸਰਕਾਰ ਫਿਰ ਜਨਾਬ ਜਿਸਲੇ ਆਏ ਨੇ ਅਤੇ ਜਿਸਲੇ ਆਏ ਨੇ ਅਤੇ ਯਕੀਨ ਕਰੋ ਤੁਸੀਂ ਕਿ ਮੈਂ ਡਰਾਂ ਪਿਆ, ਲੱਤਾਂ ਮੇਰੀਆਂ ਕੰਬਣ ਕਿ ਯਾ ਅੱਲਾ ਹੁਣ ਪਤਾ ਨਹੀਂ ਮੇਰੇ ਨਾਲ ਕੀ ਹੋਣਾ। ਅਤੇ ਕਾਇਦ ਆਜ਼ਮ ਸਾਹਿਬ ਮੇਰੇ ਕੋਲ ਜਿਸਲੇ ਆਏ ਨਾ, ਅਤੇ ਮੈਨੂੰ ਵੇਖ ਕੇ ਅਤੇ ਮੈਨੂੰ ਖਲੋ ਗਏ ਅਤੇ ਮੈਨੂੰ ਕਹਿੰਦੇ ਨੇ ਯੂ ਆਰ ਨੋਟੀ ਬॉय, ਹੈ ਜੀ। ਅੱਛਾ। ਮੇਰੇ ਸਿਰ 'ਚ ਉਹਨਾਂ ਪਿਆਰ ਕੀਤਾ ਹੈ ਜੀ। ਅਤੇ ਮੈਂ ਫਿਰ ਉਹਨਾਂ ਨੂੰ ਅੰਗਰੇਜ਼ੀ 'ਚ ਕਿਹਾ, ਮੈਂ ਕਿਹਾ ਆਈ ਐਮ ਸੋਰੀ ਜੀ। ਕਾਇਦ ਆਜ਼ਮ ਸਾਹਿਬ ਜਿਹੜੇ ਸਨ ਉਹ ਉਰਦੂ ਨਹੀਂ ਸਨ ਬੋਲ ਸਕਦੇ। ਅੱਛਾ। ਆਪ ਤੁਹਾਨੂੰ ਪਤਾ ਨਹੀਂ ਹੋਣਾ ਚਾਹੀਦਾ ਕਿ ਉਹ ਸਿਰਫ 3 4 5 10 ਲਫ਼ਜ਼ ਹੀ ਜਾਣਦੇ ਸਨ ਉਰਦੂ ਦੇ। ਅੱਛਾ। ਮੇਰੇ ਪਿਆਰੇ ਭਾਈਓ, ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ का मतलब क्या है। ਉਹਦੀ ਵਜ੍ਹਾ ਕਿ ਉਹ ਉਰਦੂ ਦੇ ਵਿੱਚ ਉਹ ਬਹੁਤ ਘੱਟ ਗੁਫ਼ਤਗੂ, ਉਹਨਾਂ ਦੀ ਆਪਣੀ ਮਾਦਰੀ ਜ਼ੁਬਾਨ ਜਿਹੜੀ ਸੀ ਜੀ ਜੀ, ਉਹ ਉਰਦੂ 'ਤੇ ਹੈ ਨਹੀਂ ਸੀ। ਅੱਛਾ। ਹਾਂਜੀ। ਉਹ ਤਾਂ ਉਹਨਾਂ ਦੀ ਉਹ ਦੂਸਰੀ ਸੀ ਨਾ, ਹਾਂਜੀ ਪਾਰਸੀ ਨਹੀਂ ਸਨ, ਆਪ ਪਾਰਸੀ ਨਹੀਂ ਸਨ। ਅਤੇ ਆਪ ਦੀ ਜ਼ੁਬਾਨ ਜਿਹੜੀ ਸੀ ਨਾ, ਉਹ ਜਿਹੜੇ ਲੋਕ ਬੰਬਈ ਦੇ ਵਿੱਚ ਔਰ ਕਰਾਚੀ ਦੇ ਵਿੱਚ ਜਿਹੜੇ ਇਹ ਲੋਕ ਨੇ, ਅਤੇ ਇਹ ਲੋਕ ਜਿਹੜੇ ਨੇ ਇਸਮਾਈਲੀ ਲੋਕ, ਅਤੇ ਇਹਨਾਂ ਦੀ ਜ਼ੁਬਾਨ ਆਪਣੀ ਹੈ। ਤਾਂ ਆਪ ਦੀ ਮਹਿਮਨ ਜ਼ਬਾਨ ਸੀ, ਆਪ ਮਹਿਮਨ ਗੁਫ਼ਤਗੂ ਫਰਮਾਉਂਦੇ ਹੁੰਦੇ ਸਨ। ਅਤੇ ਪਾਕਿਸਤਾਨ ਦੇ 2 ਸਾਰੀ ਲਫ਼ਜ਼ ਆਉਂਦੇ ਸਨ ਉਰਦੂ। ਅਤੇ ਵੈਸੇ ਤੁਹਾਨੂੰ ਪਤਾ ਉਹ ਤਾਂ ਬੈਰਿਸਟਰ ਲਾਅ ਸਨ। ਹਾਂਜੀ ਬਿਲਕੁਲ। ਹਿੰਦੁਸਤਾਨ ਪਾਕਿਸਤਾਨ ਦੇ ਸਭ ਤੋਂ ਵੱਡੇ ਵਕੀਲ ਸਨ। ਜਿਹੜਾ ਮੁਕੱਦਮਾ ਫੜਦੇ ਸਨ ਉਸ ਜ਼ਮਾਨੇ 'ਚ ਲੱਖਾਂ ਲੈਂਦੇ ਸਨ। ਹਾਂਜੀ। ਕਾਇਦ ਆਜ਼ਮ ਦਾ ਮੈਂ ਬੰਗਲਾ ਦੇਖਿਆ ਬੰਬਈ ਦੇ ਵਿੱਚ, ਦਿੱਲੀ ਦੇ ਵਿੱਚ, ਹਾਂਜੀ ਦਿੱਲੀ ਦੇ ਵਿੱਚ ਐਡਾ ਬੰਗਲਾ ਤਾਂ ਕਿਸੇ ਹਿੰਦੂ ਦਾ ਨਹੀਂ ਸੀ ਜਿਹੜਾ ਕਾਇਦ ਆਜ਼ਮ ਰਹਿਮਤੁल्लाह ਅਲੈਹ ਦਾ। ਅੱਛਾ ਬਾਬਾ ਜੀ, ਮੈਂ ਬੜੇ ਦਿਨਾਂ ਤੋਂ ਕੋਸ਼ਿਸ਼ ਕਰ ਰਿਹਾ ਸੀ ਤੁਹਾਨੂੰ ਮਿਲਣ ਦੀ, ਅਤੇ ਮੈਨੂੰ ਪਤਾ ਚੱਲਿਆ ਤੁਸੀਂ ਕਿਸੇ ਹੋਟਲ ਦੇ ਕਮਰੇ 'ਚ ਰਹਿ ਰਹੇ ਹੋ। ਅਤੇ ਕੀ ਵਜ੍ਹਾ ਤੁਸੀਂ ਬੜੀ ਲਾਈਫ, ਬਲਕਿ ਇੱਕ ਹੋਟਲ ਹੈ, ਮੈਨੂੰ ਹੁਣ ਉਹਦਾ ਨਾਂ ਯਾਦ ਨਹੀਂ ਆ ਰਿਹਾ, ਕਮਰਾ ਨੰਬਰ 107 ਰੂਮੀ ਹੋਟਲ ਦਾ, ਜੀ ਉੱਥੇ ਬੜਾ ਟਾਈਮ ਗੁਜ਼ਾਰਿਆ। ਮੈਂ ਅਸਲ ਦੇ ਵਿੱਚ ਮੇਰੀ ਜ਼ਿੰਦਗੀ ਦੀ ਕੋਈ ਬਣਾਵਟ ਇਸ ਕਿਸਮ ਦੀ ਹੈ ਕਿ ਮੈਂ ਫੈਮਿਲੀ ਨਾਲ ਨਹੀਂ ਰਹਿ ਸਕਦਾ। ਅੱਛਾ। ਉਹਦੀ ਵਜ੍ਹਾ ਹੈ ਕਿ ਜਿਹੜਾ ਕੰਮ ਦਿਨੇ ਕਰਨਾ ਹੁੰਦਾ ਹੈ ਉਹ ਮੈਂ ਰਾਤ ਨੂੰ ਕਰਨਾ, ਜਿਹੜਾ ਰਾਤ ਨੂੰ ਕਰਨਾ ਹੁੰਦਾ ਉਹ ਮੈਂ ਦਿਨੇ ਕਰਨਾ। ਸਹੀ ਹੈ। ਸੌਣ ਦੇ ਟਾਈਮ ਮੇਰੇ ਆਪਣੇ ਨੇ, ਉੱਠਣ ਦੇ ਟਾਈਮ ਮੇਰੇ ਆਪਣੇ ਨੇ। ਠੀਕ ਹੈ। ਅਤੇ ਮੇਰੇ ਸ਼ਾਇਦ ਮੈਨੂੰ ਕਹਿਣਾ ਚਾਹੀਦਾ ਨਹੀਂ ਕਿ ਅਲਹਮਦੁਲਿਲਾ ਮੇਰੇ ਘਰ ਕਾਫੀ ਨੇ, ਐਸੀ ਗੱਲ ਨਹੀਂ ਕਿ ਮੇਰੇ ਕੋਲ ਘਰ ਕੋਈ ਨਹੀਂ, ਲੇਕਿਨ ਮੈਂ ਉਹਨਾਂ ਘਰਾਂ ਨੂੰ ਫਰਕ ਕਰਤਾ ਹੈ। ਮੈਂ ਕਹਿੰਦਾ ਘਰਾਂ ਦੇ ਵਿੱਚ ਮੈਨੂੰ ਸ਼ਾਇਦ ਇਹ ਵੀ ਨਹੀਂ ਕਹਿਣਾ ਚਾਹੀਦਾ, ਬੜੇ ਕਮਜ਼ੋਰ ਜਿਹੇ ਔਰ ਬੜੇ ਸੁਸਤ ਕਿਸਮ ਦੇ ਲੋਕ ਰਹਿੰਦੇ ਨੇ। ਹਾਂਜੀ। ਜਿਹੜੇ ਫਾਲ ਲੋਕ ਹੁੰਦੇ ਨੇ
ਜੀ ਜੀ ਜਿਨ੍ਹਾਂ ਜ਼ਿੰਦਗੀ 'ਚ ਕੋਈ ਹਰਕਤ ਪੈਦਾ ਕਰਨੀ ਹੁੰਦੀ ਹੈ, ਕੋਈ ਇਨਕਲਾਬ ਲਿਆਉਣੇ ਹੁੰਦੇ ਨੇ, ਕੋਈ ਸ਼ੈਤਾਨੀ ਕਰਨੀ ਹੁੰਦੀ ਹੈ, ਕੋਈ ਅੱਛਾ ਕੰਮ ਕਰਨਾ ਹੁੰਦਾ ਹੈ, ਉਹ ਘਰਾਂ ਦੇ ਵਿੱਚ ਮੁਕੱਯਦ ਨਹੀਂ ਰਹਿੰਦੇ, ਡਰਬਿਆਂ 'ਚ ਕਬੂਤਰ ਰਹਿੰਦੇ ਨੇ। ਸਹੀ ਹੈ, ਜੇ ਡਰਬਿਆਂ 'ਚ ਕਬੂਤਰ ਰਹਿੰਦੇ ਨੇ। ਅਤੇ ਉਹ ਫਿਰ ਹੈ ਕਿ ਨਾਲੇ ਮੇਰੀ ਕੁਛ ਲਾਈਨ ਇਸ ਕਿਸਮ ਦੀ ਹੈ ਕਿ ਮੈਂ ਬੰਦਿਆਂ 'ਚ ਰਹਿ ਹੀ ਨਹੀਂ ਸਕਦਾ ਅੱਛਾ ਜੀ। ਅਤੇ ਬੰਦਾ ਕੋਈ ਵੀ ਮੇਰੇ ਕੋਲ ਰਵੇ, 2-4 ਦਿਨ ਬਾਅਦ ਬੇਜ਼ਾਰ ਹੋ ਜਾਂਦਾ ਮੇਰੇ ਕੋਲੋਂ, ਕਿਉਂਕਿ ਮੈਂ ਉਹਨੂੰ ਫਿਰ ਕਦੀ ਇੱਧਰੋਂ ਮਾਰਨੀ, ਕਦੀ ਇੱਧਰੋਂ ਮਾਰਨੀ, ਕਦੀ ਇੱਧਰੋਂ, ਕਦੀ ਉੱਧਰੋਂ, ਕਦੀ ਇਸ ਗੱਲ। ਉਹ ਕਹਿੰਦੇ ਨੇ ਬਾਬਾ ਜਿਉਣ ਹੀ ਨਹੀਂ ਦਿੰਦਾ ਹੈ, ਤੈਨੂੰ ਉੱਠਣਾ ਨਹੀਂ ਆਉਂਦਾ, ਤੈਨੂੰ ਬੈਠਣਾ ਨਹੀਂ ਆਉਂਦਾ, ਤੈਨੂੰ ਅੰਦਰ ਆਇਆ ਤੂੰ ਸਲਾਮ ਨਹੀਂ ਕੀਤੀ। ਹਾਂਜੀ, ਸੱਜਾ ਪੈਰ ਬਾਹਰ ਕੱਢੀਦਾ, ਖੱਬਾ ਨਹੀਂ ਬਾਹਰ ਕੱਢੀਦਾ। ਹਾਂਜੀ, ਹਰ ਲੁਕਮੇ ਨੇ ਤੂੰ ਅਲਹਮਦੁਲਿਲਾ ਨਹੀਂ ਪੜ੍ਹਿਆ। ਹਾਂਜੀ, ਤੈਨੂੰ ਖਾਣ ਦੀ ਤਮੀਜ਼ ਹੀ ਕੋਈ ਨਹੀਂ। ਸਹੀ ਗਲਤੀ ਜਿਹੜੇ ਕਰੇ ਤੇ ਉਹਨੂੰ ਬਾਬਾ ਪੁੱਛਦਾ 10-32 ਦੰਦ ਕਿਉਂ ਨੇ ਮੂੰਹ 'ਚ, ਕੋਈ ਜਵਾਬ ਨਹੀਂ ਦਿੰਦਾ। ਬਾਬਾ ਕਹਿੰਦਾ 32 ਦੰਦ ਇਸ ਵਾਸਤੇ ਨੇ ਕਿ ਹਰ ਲੁਕਮੇ ਨੂੰ 32 ਵਾਰ ਚਬਾਓ। ਅੱਛਾ, ਮੁਖਤਲਿਫ ਕੈਟੇਗਰੀਜ਼ ਨੇ ਤੁਹਾਡੇ ਮੂੰਹ ਦੇ ਵਿੱਚ ਸਹੀ ਦੰਦਾਂ ਦੀਆਂ। ਕੋਈ ਟੁੱਕਦਾ, ਕੋਈ ਦਰਦ ਕਰਦਾ ਅਤੇ ਕੋਈ ਪੀਂਦਾ। ਸਹੀ, ਤੁਸੀਂ ਮੂੰਹ 'ਚ ਲੁਕਾਵਾਂਗੇ ਕੜਾਮ ਅੰਦਰ, ਅਤੇ ਦੂਸਰਾ ਲੁਕਮਾ ਤੁਹਾਡੇ ਹੱਥ 'ਚ ਹੁੰਦਾ ਫੜਿਆ ਦਾ, ਅਤੇ ਬੋਟੀਆਂ 'ਤੇ ਨਜ਼ਰ ਹੁੰਦੀ ਹੈ। ਇਹ ਕੋਈ ਇਨਸਾਨਾਂ ਦਾ ਕੰਮ ਹੈ। ਉਹ ਬਾਬਾ ਤਾਂ ਖਾਣ ਵੀ ਨਹੀਂ ਦਿੰਦਾ, ਇਸ ਵਾਸਤੇ ਮੈਨੂੰ ਲੋਕ ਪਸੰਦ ਨਹੀਂ ਕਰਦੇ। ਅੱਛਾ, ਹਾਂਜੀ, ਅਤੇ ਮੁਲਕ ਤੋਂ ਬਾਹਰ ਇੰਨੇ ਚੱਕਰ ਲੱਗਦੇ ਨੇ। ਤੁਸੀਂ ਕਹਿੰਦੇ ਮੈਂ ਪੜ੍ਹਾਉਂਦਾ ਵੀ ਹਾਂ, ਅਤੇ ਇੱਕ ਵੀਡੀਓ 'ਚ ਤੁਸੀਂ ਕਿਹਾ, ਮੈਂ ਤੁਹਾਡੀ ਦੇਖੀ ਹੈ, ਤੁਸੀਂ ਕਿਹਾ ਮੈਂ ਪੜ੍ਹੇ ਹੀ ਨਹੀਂ ਹਾਂ ਖੁਦ, ਅਤੇ ਦੂਸਰੀ ਵੀਡੀਓ ਦੇਖੀ ਹੈ ਕਿ ਉਹਦੇ 'ਚ ਤੁਸੀਂ ਕਿਹਾ ਮੈਂ ਪੜ੍ਹਾਉਣ ਜਾਂਦਾ ਬਾਹਰ, ਅਤੇ ਮੈਂ ਬੜਾ ਕਨਫਿਊਜ਼ ਹੋ ਗਿਆ ਕਿ ਇਹ ਕੀ ਫਿਰ। ਇਹ ਗੱਲ ਵੈਸੇ ਹਕੀਕਤ ਹੈ। ਅੱਛਾ, ਇਹ ਗੱਲ ਹਕੀਕਤ ਹੈ ਕਿ ਮੈਂ ਲੈਕਚਰ ਵੀ ਦੇਣਾ, ਲੈਕਚਰ ਵੀ ਦੇਣਾ, ਮੈਂ ਪੜ੍ਹਾਉਣਾ ਵੀ ਹਾਂ। ਹਾਂਜੀ, ਔਰ ਸਪੈਸ਼ਲ ਮਜ਼ਾਮੀਨ ਨੇ, ਅਤੇ ਉਹਨਾਂ ਮਜ਼ਮੂਨਾਂ ਨੂੰ ਮੈਂ ਅਗਰ ਪੜ੍ਹਾਉਣਾ ਤਾਂ ਇਹਦੀ ਬੁਰਾਈ ਦੀ ਕਿਹੜੀ ਗੱਲ ਹੈ? ਕੋਈ ਗਲਤ ਗੱਲ ਤਾਂ ਹੈ ਨਹੀਂ ਨਾ। ਠੀਕ ਹੈ, ਅਤੇ ਇਹ ਚੀਜ਼ ਹੈ। ਅਤੇ ਮੈਂ ਦਰਅਸਲ ਬਸ ਇਹੋ ਹੀ ਚੀਜ਼ਾਂ ਨੇ, ਕੋਈ ਇਹਦੇ ਵਿੱਚ ਕੋਈ ਤਾਜੁਬ ਦੀ ਵੀ ਗੱਲ ਕੋਈ ਨਹੀਂ। ਕੁਛ ਲੋਕ ਨੇ ਉਹ ਪੜ੍ਹੇ ਪੜ੍ਹਾਏ ਆਉਂਦੇ ਨੇ, ਸਹੀ ਹੈ, ਪੈਦਾ ਹੀ ਪੜ੍ਹੇ ਪੜ੍ਹਾਏ ਹੁੰਦੇ ਨੇ। ਠੀਕ ਹੈ, ਅਤੇ ਕੁਛ ਲੋਕ ਨੇ ਉਹ 100 ਸਾਲ ਵੀ ਜਿਉਂਦੇ ਰਹਿਣ ਨਾ, ਹਾਂਜੀ, ਅਤੇ ਮੈਟ੍ਰਿਕ ਦਾ ਇਮਤਿਹਾਨ ਵੀ ਪਾਸ ਨਹੀਂ ਕਰਦੇ। ਸਹੀ ਹੈ। ਕਹਿੰਦੇ ਅਤੇ ਇਹ ਫੈਜ਼ ਜਿਹੜਾ ਫੈਜ਼, ਇਹਨੂੰ ਤੁਸੀਂ ਕਿਸ ਤਰ੍ਹਾਂ ਡਿਫਾਈਨ ਕਰਦੇ ਹੋ? ਫੈਜ਼ ਸਾਹਿਬ ਸ਼ਰਾਬ ਬੜੀ ਪੀਂਦੇ ਸਨ, ਬੜੇ ਅੱਛੇ ਆਦਮੀ ਸਨ। ਅੱਛਾ ਜੀ, ਔਰ ਬੜੇ ਅੱਛੇ ਸ਼ਾਇਰ ਸਨ, ਬੜੇ ਖੂਬਸੂਰਤ ਸਨ, ਔਰ ਬੜੇ ਬੇਬਾਕ ਸਨ। ਹਾਂਜੀ ਹਾਂਜੀ। अच्छा, तो देखो कैसा खूबसूरत शेर होना फरमाया है कि हुजूर यार हुई, ठीक है, दस्ते जन्म की तलब, हुजूर यार हुई दस्ते जनू की तलब, गिरा में लेके गरे वहाँ का तार तार चले। वाह जी, उन फैज़ ने जो कुछ कह दिता, या फैज़ साहब ने जो कुछ कह दिता, ये उन्होंने ही फैज़ है। ਹੁਣ ਇਹ ਬੰਦਾ ਹੋਰ ਕੁਝ ਬੰਦਾ ਕੀ ਕਹਿ ਸਕਦਾ? ਅੱਛਾ, ਫੈਜ਼ ਸਾਹਿਬ ਦੇ ਵਿੱਚ ਤੇ ਰੂਹਾਨੀ ਫੈਜ਼ 'ਚ ਕੀ ਫਰਕ ਹੈ? ਫੈਜ਼ ਦਰਅਸਲ ਫੈਜ਼ ਦੋਵਾਂ ਪਾਸੇ ਹੁੰਦਾ। ਅੱਛਾ, ਠੀਕ, ਇਸ ਕਾਇਨਾਤ ਦੀ ਦੋ ਤਾਕਤਾਂ ਨੇ, ਠੀਕ ਹੈ, ਦੋ ਬੜੀਆਂ ਜ਼ਬਰਦਸਤ ਤਾਕਤਾਂ ਨੇ। ਇੱਕ ਹੈ ਹੱਕ, ਸਹੀ, ਇੱਕ ਹੈ ਬੇਹੱਕ। ਠੀਕ ਹੈ, ਠੀਕ ਹੈ, ਨਾ ਖਲਫ ਨਾ ਸ਼ੁੱਧ। ਇਹ ਚੀਜ਼ਾਂ ਇਹ ਹੱਕ ਦੇ ਮੁਕਾਬਲੇ ਦੇ ਉੱਤੇ, ਖੁਦਾ ਦੇ ਮੁਕਾਬਲੇ ਉੱਤੇ ਜਿਹੜਾ ਸ਼ੈਤਾਨ ਹੈ, ਹੱਕ ਦੇ ਮੁਕਾਬਲੇ 'ਤੇ ਜਿਹੜੇ ਨਾ ਹੱਕੀ ਹੈ, ਇਹ ਨਕੀਜ਼ ਨੇ। ਇਹਦਾ ਹੋਣਾ ਬੜਾ ਜ਼ਰੂਰੀ ਹੈ। ਦੇਖੋ, ਇੱਕ ਹੁੰਦਾ ਹਵਾਈ ਫਾਇਰ, ਠੀਕ, ਗੋਲੀ ਜ਼ਾਇਆ ਕਰਨ ਵਾਲੀ ਗੱਲ। ਜੀ ਜੀ। ਇੱਕ ਹੈ ਟਾਰਗੇਟ ਫਾਇਰ। ਟਾਰਗੇਟ ਜਿਹੜਾ ਹੁੰਦਾ ਉਹਦੇ 'ਚ ਸਟਰੈਂਥ ਹੁੰਦੀ ਹੈ, ਸਹੀ, ਉਹ ਨਕੀਜ਼ ਹੁੰਦਾ। ਜਿਸ ਵਕਤ ਗੋਲੀ ਦਾ ਟਾਰਗੇਟ ਦੇ ਨਾਲ ਜਾ ਕੇ ਤੇ ਟਕਰਾਅ ਹੁੰਦਾ ਹੈ, ਤਾਂ ਉਹਨਾਂ ਦੋਵਾਂ ਦੇ ਵਿੱਚ ਇੱਕ ਨਈ ਤਾਕਤ ਪੈਦਾ ਹੁੰਦੀ ਹੈ। ਸਹੀ, ਨਰਮੀ 'ਚ ਲਚਕ ਹੈ, ਤਾਕਤ ਨਹੀਂ। ਕੀ ਜੀ? ਨਰਮੀ 'ਚ ਲਚਕ ਹੈ, ਤਾਕਤ ਨਹੀਂ। ਤਾਕਤ ਨਹੀਂ। ਅਤੇ ਬੁਰਾਈ ਦੇ ਵਿੱਚ, ਜਾਂ ਮਤਲਬ ਇੱਕ ਮੁਸ਼ਕਿਲ ਪਸੰਦੀ ਦੇ ਵਿੱਚ ਜੀ, ਉਹਦੇ ਵਿੱਚ ਸਖਤੀ ਹੈ ਲੇਕਿਨ ਤਾਕਤ ਹੈ। ਖੁਦਾ ਦੇ ਮੁਕਾਬਲੇ ਦੇ ਉੱਤੇ, ਅੱਲਾ ਮਾਫ ਕਰੇ, ਸ਼ੈਤਾਨ ਪੈਦਾ ਕੀਤਾ ਗਿਆ, ਆ ਗਿਆ। ਠੀਕ ਹੈ। ਅਤੇ ਵੈਸੇ ਅਗਰ ਅੱਲਾ ਨਾ ਚਾਹੁੰਦੇ
ਅਤੇ ਅਸਮਾਨਾਂ ਦੇ ਉੱਤੇ ਸ਼ੈਤਾਨ ਕਿਸ ਤਰ੍ਹਾਂ ਜ਼ੁਰਤ ਕਰ ਸਕਦਾ? ਜੇ ਅਸੀਂ ਕਹਿੰਦੇ ਉਹਨਾਂ ਦੇ ਹੁਕਮ ਦੇ ਬਗੈਰ ਪਤਾ ਨਹੀਂ ਲੱਗਦਾ, ਤੂੰ ਕਿਸ ਤਰ੍ਹਾਂ ਕਹਿ ਸਕਦਾ ਮੈਂ ਇਹਨੂੰ ਸਜਦਾ ਨਹੀਂ ਜੇ ਕਰਨਾ ਅਤੇ ਸਜਦਾ ਕਰਾਂਗਾ ਤੁਹਾਡਾ? ਕਿਆ ਕਹਿੰਦੇ ਹੈ ਜੀ। ਲੇਕਿਨ ਸ਼ੈਤਾਨ ਦੀ ਅੱਛਾਈ ਦਾ, ਖੂਬਸੂਰਤੀ ਦਾ ਇੱਕ ਬੜਾ ਖੂਬਸੂਰਤ ਇਹ ਵੀ ਇੱਕ ਨੁਕਤਾ ਹੈ ਵੇ ਕਿ ਸ਼ੈਤਾਨ ਕੋਈ ਐਡਾ ਭੈੜਾ ਨਹੀਂ ਜਿਹੜਾ ਤੁਸੀਂ ਸਮਝਦੇ ਹੋ। ਉਹਦੀ ਇੱਕ ਸਿਫਤ 'ਤੇ ਲਵੋ ਤੁਸੀਂ ਜਿਹੜੀ ਤੁਹਾਡੇ ਵਿੱਚ ਨਹੀਂ ਜਾਂ ਹਰ ਬੰਦੇ ਵਿੱਚ ਨਹੀਂ। ਉਹ ਕੀ? ਉਹ ਹੈ ਵੇ ਕਿ ਮੈਂ ਸ਼ੈਤਾਨ ਨੂੰ ਇਸ ਵਾਰ ਚੰਗਾ ਸਮਝਣਾ। ਹਾਂਜੀ ਠੀਕ ਆ ਕਹਿ ਜੇ ਇਸ ਵਾਰ ਚੰਗਾ ਸਮਝਣਾ। ਉਹਨੇ ਕਿਹਾ ਜੀ ਅੱਲਾ ਮੀਆਂ ਗੱਲ ਹੈ ਵੇ ਰੱਬ ਤੂੰ ਹੈ ਮੇਰਾ। ਹਾਂਜੀ ਠੀਕ ਹੈ, ਇਹਨੂੰ ਮੈਂ ਸਜਦਾ ਨਹੀਂ ਕਰਨਾ, ਸਜਦਾ ਮੈਂ ਤੈਨੂੰ ਹੀ ਕਰਨਾ। ਕਿਆ ਯਾਰ ਇਹਦੀ ਤਾਂ ਖੂਬਸੂਰਤੀ ਦੀ ਗੱਲ ਕੋਈ ਨਹੀਂ। ਅਤੇ ਇਹ ਜਿਹੜੇ ਅਸੀਂ ਹਾਂ ਜਿਨ੍ਹਾਂ ਦੇ ਮੱਥੇ 'ਤੇ ਬੜੇ ਬੜੇ ਮਹਿਰਾਬ ਹੁੰਦੇ ਨੇ। ਹਾਂਜੀ ਕਿਆ ਕਹਿੰਦੇ ਜੀ ਜੀ, ਉਹ ਸਜਦੇ ਵੀ ਜੀ ਜਾ ਕੇ ਸੋਚਦੇ ਹੋਣੇ ਨੇ ਅੱਜ ਫਲਾਣੇ ਟਮਕਾਣੇ ਨੇ ਕਿਸ਼ਤ ਨਹੀਂ ਦਿੱਤੀ ਮੇਰੀ ਅਤੇ ਨਾ ਵਿਆਹ ਹੀ ਦਿੱਤਾ ਹੋਵੇ, ਅੱਜ ਜਾ ਕੇ ਮੈਨੂੰ ਪਸਤੌਲ ਲੈ ਕੇ ਅਤੇ ਸੂਦ ਦੇ ਸੂਦ ਵੀ ਲੈਣਾ ਅਤੇ ਉਹ ਵੀ ਲੈਣਾ ਹੁੰਦਾ। ਉਹ ਸਜਦੇ ਹੀ ਪਿਆ ਦਾ ਦਿਮਾਗ 'ਚ ਫਤੂਰ ਹੁੰਦਾ। ਅਤੇ ਸ਼ੈਤਾਨ ਜਿਹੜਾ ਹੈ ਉਹਨੇ ਸ਼ਿਰਕ ਤਾਂ ਨਹੀਂ ਕੀਤਾ ਨਾ। ਠੀਕ, ਸ਼ਿਰਕ ਕਿਵੇਂ ਕੀਤਾ ਬੰਦਿਆਂ ਨੇ? ਸ਼ੈਤਾਨ ਨੇ ਸ਼ਿਰਕ ਨਹੀਂ ਕੀਤਾ। ਉਹਨੇ ਆਖਿਆ ਅੱਲਾ ਮੇਰਾ ਤੂੰ ਹੀ ਹੈ, ਇਹਨੂੰ ਮੈਂ ਸਜਦਾ ਨਹੀਂ ਕਰਨਾ, ਸਜਦਾ ਮੇਰਾ ਤੇਰੇ ਵਾਸਤੇ ਵੇ। ਯਾਰ ਇਸ ਗੱਲ ਨੂੰ ਤਾਂ ਕ੍ਰੈਡਿਟ ਥੋੜ੍ਹਾ ਜਿਹਾ ਦੇਣਾ ਚਾਹੀਦਾ ਉਹਨੂੰ। ਤੇ ਨਫਸ ਤੇ ਸ਼ੈਤਾਨ ਇੱਕ ਹੀ ਚੀਜ਼ ਹੈ? ਸ਼ੈਤਾਨ ਜਿਹੜਾ ਜੀ ਮੈਂ ਤਾਂ ਸਮਝਦਾ ਕਿ ਇਹ ਵੀ ਇੱਕ ਇਸਤਾਰਾ ਹੈ ਜਿਹੜਾ ਅਸੀਂ ਇਸਤੇਮਾਲ ਕਰਨੇ ਸ਼ੈਤਾਨ ਦਾ। ਠੀਕ ਹੈ, ਕਾਇਨਾਤ ਦੀ ਕੋਈ ਐਸੀ ਚੀਜ਼ ਐਸੀ ਨਹੀਂ ਜਿਹੜੀ ਅੱਲਾ ਦੇ ਹੁਕਮ 'ਤੇ ਮੁਨਕਰ ਹੋਵੇ ਜਾਂ ਅੱਲਾ ਦੀ ਉਹਦੀ 'ਚ ਇੰਨੀ ਜ਼ਰੂਰਤ ਹੋਵੇ ਕਿ ਅੱਲਾ ਦੀ ਗੱਲ ਨੂੰ ਉਹ ਇੱਧਰ ਉੱਧਰ ਕਰ ਸਕਣ, ਕੋਈ ਮਸਲਾ ਕਰਨ। ਅਤੇ ਨਫਸ ਦਾ ਪੁੱਛਿਆ। ਨਫਸ ਜਿਹੜਾ ਜੀ ਅਤੇ ਮਤਲਬ ਹੈ ਕਿ ਦੇਖੋ ਜੀ ਨਫਸ ਦਾ ਲਫ਼ਜ਼ ਕੁਰਾਨ ਪਾਕ 'ਚ ਬੇਸ਼ੁਮਾਰ ਜਗ੍ਹਾ ਆਇਆ। ਇਹਨੂੰ ਐਸੀ ਇਸਤੇਮਾਲ ਕੀਤਾ ਜਾਂਦਾ ਕਿ ਇਨਸਾਨ ਦਾ ਅਸਲ ਜਿਹੜਾ ਖਮੀਰ ਹੈ। ਠੀਕ ਹੈ, ਨਫਸ ਇਨਸਾਨੀ ਖਮੀਰ ਨੂੰ ਤੁਸੀਂ ਕਹਿ ਸਕਦੇ ਹੋ ਕਿ ਇਨਸਾਨ ਦੇ ਅੰਦਰ ਦੀਆਂ ਜਿਹੜੀਆਂ ਸਿਫਲੀ ਖਾਹਿਸ਼ਾਤ ਨੇ ਹਾਂਜੀ ਜਿਹਦੇ 'ਚ ਖਾਣਾ ਪੀਣਾ, ਦੌਲਤ, ਸ਼ੋਹਰਤ ਹਾਸਿਲ ਕਰਨਾ, ਖੂਬਸੂਰਤ ਰਹਿਣਾ, ਛਲ, ਇਹ ਚੀਜ਼ਾਂ ਜਿਹੜੀਆਂ ਨੇ ਅਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਹਾਂਜੀ ਕਿਆ ਕਹਿੰਦੇ ਦੁਆ ਤੁਹਾਡੇ ਕੋਲ ਬੰਦੇ ਲੈਣ ਆਉਂਦੇ ਨੇ। ਇੱਕ ਤੁਸੀਂ 2 ਵਾਕਿਆਤ ਵੀ ਸੁਣਾਏ ਨੇ, ਉਹ ਹੁਣ ਬਹੁਤ ਸਾਰੇ ਲੋਕਾਂ ਨੇ ਸੁਣੇ ਹੋਏ ਨੇ। ਅਤੇ ਕਿਹੜੀ ਦੁਆ 'ਚ ਜ਼ਿਆਦਾ ਅਸਰ ਹੁੰਦਾ ਹੈ, ਕੋਈ ਕਵੇ ਜਾਂ ਫਿਰ ਕੋਈ ਦਿਲੋਂ ਦੇ ਦੇਵੇ? ਦਰਅਸਲ ਇੱਕ ਨਫਸਿਆਤੀ ਮਸਲਾ ਹੈ। ਅੱਛਾ, ਨਫਸਿਆਤੀ ਮਸਲਾ। ਠੀਕ ਹੈ, ਵੈਸੇ ਅੱਲਾ ਸੁਬਹਾਨਹੁ ਤਾਲਾ ਚਾਹੁਣ ਤਾਂ ਪੱਥਰ ਦੇ ਵਿੱਚੋਂ, ਦਰਖਤ ਦੇ ਵਿੱਚੋਂ, ਮਿੱਟੀ ਦੇ ਵਿੱਚੋਂ ਵੀ ਵਜੂਦ ਪੈਦਾ ਫਰਮਾ ਸਕਦੇ हैं। ਠੀਕ ਹੈ, ਜਿਹਨੂੰ ਚਾਹਣ ਬਗੈਰ ਬਾਪ ਤੋਂ ਪੈਦਾ ਕਰ ਸਕਦੇ हैं, ਜਿਹਨੂੰ ਚਾਹਣ ਬਗੈਰ ਬਾਪ ਤੋਂ ਪੈਦਾ ਕਰ ਸਕਦੇ ਨੇ। ਠੀਕ ਹੈ, ਜੋ ਚਾਹਣ ਮਾਲਿਕ ਉਂਝ ਕਰ ਸਕਦੇ ਨੇ। ਦੁਆ ਜਿਹੜੀ ਹੈ ਇੱਕ ਬੜੀ ਅੱਛੀ ਚੀਜ਼ ਹੈ, ਲੇਕਿਨ ਮੈਂ ਸਮਝਣਾ ਕਿ ਸਭ ਤੋਂ ਵੱਡੀ ਦੁਆ ਤਾਂ ਇਹੋ ਹੀ ਹੋ ਸਕਦੀ ਹੈ, ਹੁੰਦੀ ਹੈ ਔਰ ਹੋਣੀ ਚਾਹੀਦੀ ਹੈ ਕਿ ਜਿਸ ਚੀਜ਼ ਦੇ ਵਿੱਚ ਰੱਬ ਰਾਜ਼ੀ ਹੈ ਉਹੀ ਤੁਹਾਡੇ 'ਤੇ ਬਿਹਤਰ ਹੈ। ਚਾਹੇ ਉਹ ਮੌਤ ਹੋਵੇ ਅਤੇ ਚਾਹੇ ਉਹ ਜ਼ਿੰਦਗੀ ਹੋਵੇ, ਚਾਹੇ ਗਰੀਬੀ ਹੋਵੇ ਚਾਹੇ ਅਮੀਰੀ ਹੋਵੇ। ਜਿਹੜਾ ਯਾਰ ਦੀ ਮਨਸ਼ਾ ਉੱਤੇ ਰਾਜ਼ੀ ਹੈ ਉਹ ਸਭ ਤੋਂ ਵੱਡੀ ਦੁਆ ਹੈ। ਅਤੇ ਜੇ ਤੁਸੀਂ ਹੁਣ ਮੇਰੇ ਘਰ ਬੱਚਾ ਨਹੀਂ ਹੁੰਦਾ, ਮੈਂ ਐਵੇਂ ਪੀਰਾਂ ਫਕੀਰਾਂ ਕੋਲ ਜਾਣਾ ਦੁਆ ਕਰਨ ਨਾਲ ਲਵੀਆਂ ਮੇਰੇ ਘਰ ਬੱਚਾ ਹੋ ਜਾਏ, ਇਹ ਹੋ ਜਾਏ, ਉਹ ਹੋ ਜਾਏ। ਹਾਂਜੀ ਖਾਸ ਤੁਸੀਂ ਕਰ ਸਕਦੇ ਹੋ, ਕਹਿ ਵੀ ਸਕਦੇ ਹੋ ਉਹਨੂੰ ਵੀ ਰੱਬ ਲਾਏ, ਕਿਉਂਕਿ ਇਨਸਾਨ ਹੈ ਨਾ। ਠੀਕ ਹੈ, ਬੜੀ ਜਲਦੀ ਉਹ ਇੰਜਮਜ਼ਰ ਹੋ ਜਾਂਦਾ। ਲੇਕਿਨ ਮੈਂ ਸਮਝਦਾ ਕਿ ਸਭ ਤੋਂ ਅੱਛੀ ਦੁਆ ਹੈ ਕਿ ਮਾलिक तू मुझसे ज़्यादा बेहतर जानता है जी। ਠੀਕ ਹੈ, ਉਹ ਕਹਿੰਦੇ ਨੇ ਕਿ ਜੇ ਯਾਰ ਮੇਰਾ ਮੇਰੇ ਦੁੱਖ ਵਿੱਚ ਰਾਜ਼ੀ ਅਤੇ ਸੁੱਖ ਨੂੰ ਚੁੱਲ੍ਹੇ ਪਾਵਾਂ। ਅਤੇ ਇਹ ਤਾਂ ਯਾਰ ਮਨਾਉਣ ਵਾਲੀ ਗੱਲ ਹੈ। ਅਤੇ ਜੇ ਤੁਸੀਂ ਬੰਦਾ ਇਹ ਸਮਝਦਾ ਹੈ ਕਿ ਤੂੰ ਮੇਰਾ ਮਾਲਿਕ ਹੈ ਅਤੇ ਫਿਰ ਉਹ ਇੱਕ ਬੋਟੀ ਅਗਰ ਘੱਟ ਦਿੰਦਾ ਹੋਵੇ ਜਾਂ ਨਹੀਂ ਪਾ ਕੇ ਦਿੰਦਾ ਕਿਸੇ ਵਜ੍ਹਾ ਦੇ ਨਾਲ ਤੁਹਾਡੇ ਸਾਲਨ ਦੇ ਵਿੱਚ, ਤੁਹਾਨੂੰ ਸ਼ਿਕਵਾ ਨਹੀਂ ਕਰਨਾ ਚਾਹੀਦਾ। ਇਹ ਨਹੀਂ ਕਹਿਣਾ ਚਾਹੀਦਾ ਚਾਚਾ ਇੱਕ ਬੋਟੀ ਤੇਰੀ ਪਵਾ ਦੇ, ਇਹ ਦੁਆ ਹੈ। ਸਹੀ ਹੈ। ਅਤੇ ਜੇ ਜੋ ਵੀ ਤੁਹਾਨੂੰ ਮਿਲਿਆ, ਜੇ ਤੁਸੀਂ ਉਹਦੇ ਤੋਂ ਮੁਤਮਿਨ ਹੋ ਗਏ ਹੋ, ਅਤੇ ਮੈਂ ਸਮਝਣਾ ਕਿ ਉਹੀ ਸਭ ਤੋਂ ਵੱਡੀ ਚੀਜ਼ ਹੈ। ਮੈਂ ਵੀ ਦੁਆ ਨਾਲ ਪੈਦਾ ਹੋਇਆ ਸਾਂ, ਅਲਾਮਾ ਸਾਹਿਬ ਜੀ।
तो दुआ कराना या दुआ कर लेना कोई बुराई की बात नहीं, इज्ज अपना पेश करना कोई बुराई की बात नहीं। लेकिन यह भी कि अपना सारा तकिया या सारा जोर जो दुआ ते ही रखना, यह गल गलत है। रब की मर्जी ते भी करना चाहिए ना। ठीक है। तो लामा इकबाल साहब ਨੂੰ ਤੁਸੀਂ ਮੁਰਸ਼ਦ ਕਹਿੰਦੇ ਹੋ ਆਪਣਾ जी। हाँ जी। ਤੇ ਉਹ ਨੀਟਸ਼ੇ ਦੇ ਫਲਸਫੇ ਤੋਂ ਬੜੇ ਮੁਤਾਸਿਰ ਸਨ। अच्छा जी। ਤੁਸੀਂ ਵੀ ਮੁਤਾਸਿਰ ਹੋ? मैं समझना कि इंसान फितरी तौर पर मुतासिर होना चाहिए। अच्छा जी। उसकी वजह वे कि हर पौधा, हर दरख्त, हर शजर, हर टहनी या तो बीज नाल पैदा होंदी है तो या कलम नाल पैदा होंदी है। ठीक है। तो कभी भी ऐसा भी होंदा है कि एवें किधर बी किधर उड़दा आ जांदा है, आके डिग पैंदा है, हाँ जी उत्थे एक फलदार दरख्त उग पैंदा है। इंज भी होंदा। सही है। या ज़मीन को करवट लैंदी है तो कोई चीज़ बाहर निकल आती है। कई हीरे ने ਜਿਹੜੇ तलाशे नहीं गए, जिन्होंने तलाश भी नहीं किया गया, जिन्होंने तराशिया भी नहीं गया, तो ज़मीन के विचों बाहर ही ज़मीनों बाहर मिल गए ने किसी ਨੂੰ। ਹੁਣ ਪੁੱਛਿਆ ਜਾਏ ਹੀਰਾ ਜਿਹੜਾ ਹੈ ਉਹ ਤਾਂ ਸੈਂਕੜੋਂ ਮੀਲ ਜ਼ਮੀਨ ਦੇ ਥੱਲਿਓਂ ਨਿਕਲਦਾ ਜਾ ਕੇ, ਮਾਦਨ ਜਿਹੜਾ ਹੈ ਉਹ ਜ਼ਮੀਨ ਦੇ ਉੱਤੇ ਨਹੀਂ ਪਿਆ ਹੁੰਦਾ, ਉਹ ਜ਼ਮੀਨ ਦੇ ਕਲਬ ਦੇ ਵਿੱਚ ਪਿਆ ਹੁੰਦਾ, ਜਾ ਕੇ ਜੜ੍ਹਾਂ 'ਚ ਪਿਆ ਹੁੰਦਾ, ਉੱਥੋਂ ਨਿਕਲਦਾ। ਅੱਛਾ। ਤੇ ਇਹ ਤੁਸੀਂ ਕਿਉਂਕਿ ਬਹੁਤ ਸਾਰੇ ਲੋਕ ਤੁਹਾਡੇ ਕੋਲ ਆਉਂਦੇ ਨੇ, ਬੜੇ ਅਸਰੋ ਰਸੂਖ ਵਾਲੇ ਲੋਕ ਆਉਂਦੇ ਨੇ, ਵੱਡੀ ਵੱਡੀ ਪਰਸਨੈਲਿਟੀਜ਼ ਆਉਂਦੀਆਂ ਨੇ, ਸਾਰੇ ਆਉਂਦੇ ਨੇ। ਅੱਛਾ। ਤੇ ਤੁਸੀਂ ਹੁਣ ਕਿਸੇ ਸਿਲਸਿਲੇ ਨੂੰ ਵੀ ਪ੍ਰੈਕਟਿਸ ਕਰਦੇ ਹੋ ਕਿ ਜਿਸ ਤਰ੍ਹਾਂ ਬਹੁਤ ਸਾਰੇ ਸਲਾਸਲ ਨੇ? मैं या फिर तुसी जो फरमाना चाहते हो, देखो जी मेरे भी मुर्शद पाक ने। ठीक है। मेरे अलामा साहब मुर्शद थे, उस बाद पीर जमात अली शाह साहब ठीक है। सियालकोट जिन्हों का ताल्लुक सी, सही है। मैं उत्थे भी बैत की है। ठीक है। मैं उन्होंने बड़ी खिदमत की है। अच्छा। जिन्हें ताबीर फरमाई सी, जिन्हें उस जमाने के जिन्हें तसव्वुर भी नहीं सी, ठीक और है। कायदे आज़म साहब ने तहरीक दे भी शामिल किया। फिर क्या सी कि तुसी अपना अजकल इहदा मुल्क बना दे। ये मेरे मुर्शद जिहड़े अव्वल सन, उन्हां दा बड़ा वड्डा हत्थ सी। उन्हां ख्वाब देखिया सी इस मुल्क नूं। ते चीज़ है कि ਇਹ ਲੋਕ ਜਿਹੜੇ ਨੇ, ਇਹ ਲੋਕ ਜਿਹੜੇ ਤੁਹਾਨੂੰ ਕਿਸੇ ਨਾਲ ਸਿਲਸਿਲੇ ਨਾਲ ਜ਼ਰੂਰ ਵਾਬਸਤਾ ਹੋਣਾ ਚਾਹੀਦਾ। ਅੱਛਾ। ਕਿਸੇ ਸਿਲਸਿਲੇ ਨਾਲ ਜ਼ਰੂਰ ਵਾਬਸਤਾ ਹੋਣਾ ਚਾਹੀਦਾ। ਔਰ ਉਹਦੇ ਵਾਸਤੇ ਜ਼ਰੂਰੀ ਨਹੀਂ ਕਿ ਜਿਹਦੇ ਨਾਲ ਲੱਭਾ ਹੋਵੇ ਅਤੇ ਬੇਟਾ ਵੀ ਉੱਥੇ ਹੋਵੇ, ਅਤੇ ਜਿੱਥੇ ਬੇਟਾ ਹੋਵੇ ਉਹਦਾ ਬੇਟਾ ਵੀ ਉੱਥੇ ਹੋਵੇ। ਨਹੀਂ, ਜਿਹੜੀ ਤੁਹਾਡੀ ਤਵਾ ਰੂਹ ਮੰਨੇ, ਦਿਮਾਗ ਮੰਨੇ, ਸੋਚ ਮੰਨੇ, ਹੋਣਾ ਚਾਹੀਦਾ। ਇਹ ਇੱਕ ਬੜਾ ਵੱਡਾ ਇੱਕ ਨਫਸਿਆਤੀ ਨੁਕਤਾ, ਰੂਹਾਨੀ ਨੁਕਤਾ, ਕਿ ਤੁਸੀਂ ਅਗਰ ਉੱਤੇ ਚੜ੍ਹਨਾ ਚਾਹੁੰਦੇ ਹੋ ਤਾਂ ਸੀੜੀ ਨੂੰ ਮਜ਼ਬੂਤ ਕਰਕੇ ਫੜੋ। ਉਸ ਸੀੜੀ ਦੇ ਡੰਡੇ ਠੀਕ ਹੋਣੇ ਚਾਹੀਦੇ। ਰਸੇ ਨਾਲ ਚੜ੍ਹੇ ਤਾਂ ਹੁਣ ਇੱਕ ਵਾਰੀ ਇੰਜ ਖੜਕਾ ਕੇ ਦੇਖ ਲਓ, ਝਟਕਾ ਮਾਰ ਕੇ ਟੁੱਟ ਤੇ ਨਹੀਂ ਜਾਂਦਾ। ਐਸਾ ਨਾ ਤੁਸੀਂ ਚੰਦ ਕਦਮ ਚੜ੍ਹ ਜਾਓ ਅਤੇ ਫਿਰ ਡਿੱਗ ਪਵੋ ਠਾਂ ਕੇ। ਇਸ ਵਾਸਤੇ ਮੈਂ 5-6 ਸਿਲਸਿਲਿਆਂ ਦੇ ਵਿੱਚ ਮੈਂ ਆਪਣੀ ਜ਼ਿੰਦਗੀ 'ਚ ਬੈਤ ਕੀਤੀ। ਮੈਂ ਉਦੋਂ ਵੀ ਬੈਤ ਉਦੋਂ ਦਾ ਬੈਤ ਹਾਂ ਕਿ ਜਦੋਂ ਮੈਨੂੰ ਬੈਤ ਦਾ ਲਫ਼ਜ਼ ਆਉਂਦਾ ਹੀ ਨਹੀਂ ਸੀ, ਸਮਝਦਾ ਵੀ ਨਹੀਂ ਸਾਂ। ਅਤੇ ਮੈਂ ਇਹਨਾਂ ਚੀਜ਼ਾਂ ਨੂੰ ਬੜਾ ਦੇਖਿਆ। ਅਤੇ ਮੈਂ ਸ਼ਾਇਦ ਮੈਂ ਵਾਹਿਦ ਆਦਮੀ ਹਾਂ ਜਿਹਨੂੰ ਚੰਦ ਇੱਕ ਅੱਲਾਹ ਪਾਕ ਨੇ ਐਸੇ ਆਜ਼ਾਦ ਦਿੱਤੇ ਨੇ ਕਿ ਜਿਹੜੇ ਅੱਜ ਤੱਕ ਕਿਸੇ ਇਨਸਾਨ ਨੂੰ ਨਹੀਂ ਮਿਲੇ। ਅੱਛਾ ਜੀ। ਅਤੇ ਇਹਨਾਂ ਬਜ਼ੁਰਗੀਆਂ ਇਹ ਸਾਰਾ ਫੈਜ਼ ਫਿਰ ਮੈਨੂੰ ਉੱਥੇ ਮਿਲਿਆ। ਅੱਲਾ ਦਾ ਇਨਸਾਨ ਹੈ। ਲੇਕਿਨ ਇਹਨੂੰ ਮੈਂ ਪੇਸ਼ਾ ਨਹੀਂ ਬਣਾਇਆ, ਨਾ ਮੇਰਾ ਇਹੋ ਹੀ ਰਿਹਾ। ਬਾਬਾ ਇਹ ਹੋਣ ਲੱਗਾ ਆ ਕੇ ਕੁਝ 35-36 ਸਾਲਾਂ ਤੋਂ। ਠੀਕ ਹੈ ਜੀ। ਅਤੇ ਉਦੋਂ ਬਾਅਦ ਮੇਰਾ ਤਾਂ ਨਾਮ ਹੀ ਕੋਈ ਸਹੀ ਨਹੀਂ ਸੀ ਲਾਉਂਦਾ, ਮੁਹੰਮਦ ਵੀ ਨਾਲ ਨਹੀਂ ਸੀ ਲਾਉਂਦਾ, ਜੀਜਾ ਕਹਿੰਦੇ ਹੁੰਦੇ ਸਨ ਸਾਰੇ ਜੀ। ਕਿਉਂਕਿ ਇਹ ਲਫ਼ਜ਼ ਐਸਾ ਲਫ਼ਜ਼ ਹੈ ਕਿ ਜਿਹੜਾ ਨਾ ਤਾਂ 100 ਬੰਦੇ ਨੂੰ ਇਕੱਠਾ ਕਰੋ, ਉਹਨੂੰ ਕਹੋ ਜੇ ਲੈ ਇੱਥੇ ਯਾਹਿਆ ਖਾਨ ਲਿਖ ਦੇ, ਉਹਦੇ ਕੋਲ ਲਿਖਿਆ ਨਹੀਂ ਜਾਂਦਾ। ਕਈ ਜੀ ਅਲਫ ਸ਼ਾਹ ਲਿਖ ਦੇਣਗੇ, ਕਈ ਕੁਛ ਕਰਨਗੇ, ਕਈ ਕੁਛ ਕਰਨਗੇ। ਉਹਦੀ ਵਜ੍ਹਾ ਕਿ ਅਸੀਂ ਲੋਕ ਇਲਮੀ ਮਾਇਆਰ ਵੀ ਸਾਡਾ ਇਸ ਤਰ੍ਹਾਂ ਦਾ ਹੀ ਹੈ ਨਾ। ਅਤੇ ਫਿਰ ਹੁਣ ਤੁਸੀਂ ਕਿਹਾ ਕਿ ਸਿਲਸਿਲਾ ਜਿਹੜਾ ਉਹ ਜ਼ਰੂਰੀ ਹੈ, ਅਤੇ ਜਿਹੜੇ ਲੋਕ ਤੁਹਾਡੇ ਨਾਲ ਆ ਕੇ ਜੁੜ ਜਾਂਦੇ ਨੇ ਉਹਨਾਂ ਦਾ ਫਿਰ ਕੀ ਸਿਲਸਿਲਾ ਹੁੰਦਾ ਹੈ? ਉਹਨਾਂ ਦਾ ਮੈਂ ਅੱਛਾ ਮਜ਼ੇ ਦੀ ਗੱਲ ਹੈ ਕਿ ਮੈਂ ਕਿਸੇ ਨੂੰ ਬੈਤ ਨਹੀਂ ਅੱਜ ਜ਼ਿਕਰ ਕੀਤਾ। ਆਈ ਮੀਨ ਕਿ ਕੋਈ ਸ਼ਖਸ ਐਸਾ ਨਹੀਂ ਇਸ ਦੁਨੀਆ ਦੇ ਵਿੱਚ ਜਿਹਨੂੰ ਮੈਂ ਕਿਹਾ ਕਿ ਮੈਂ ਤੇਰਾ ਪੀਰ ਹਾਂ ਅਤੇ ਤੂੰ ਮੇਰਾ ਮੁਰੀਦ ਹੈ ਔਰ ਮੈਂ ਤੈਨੂੰ ਉਹਦਾ ਕਿ ਮੈਂ ਇਸ ਸਿਲਸਿਲੇ ਦੇ ਖਿਲਾਫ ਹਾਂ। ਉਹਦੀ ਵਜ੍ਹਾ ਕਿ ਮੈਂ ਇੰਨੀ ਅਹਿਲੀਅਤ ਰੱਖਦਾ ਹੀ ਕੋਈ ਨਹੀਂ ਕਿ ਮੈਂ ਕਿਸੇ ਨੂੰ ਬੈਤ ਕਰਾਂ, ਕਿਉਂਕਿ ਇੱਕ ਬੜੀ ਵੱਡੀ ਜ਼ਿੰਮੇਵਾਰੀ ਦਾ ਕੰਮ ਹੈ।
ਇਹ ਬੜੀ ਵੱਡੀ ਜ਼ਿੰਮੇਵਾਰੀ ਦਾ ਕੰਮ ਹੈ ਕਿ ਲੂਲਾ ਲੰਗੜਾ ਤੁਹਾਡੇ ਕੋਲ ਆ ਜਾਂਦਾ ਅਤੇ ਮੈਨੂੰ ਕਹਿੰਦਾ ਜੀ ਮੈਨੂੰ ਕਰਾਚੀ ਪਹੁੰਚਾਓ ਤੁਸੀਂ ਜਾਂ ਮਦੀਨੇ ਸ਼ਰੀਫ ਪਹੁੰਚਾਓ। ਲੱਤਾਂ ਵਾਲੇ ਨੂੰ ਤਾਂ ਚਲੋ ਟੁਰ ਕੇ ਵੀ ਜਾ ਸਕਦੇ, ਲੂਲਾ ਕਿਸ ਤਰ੍ਹਾਂ ਚੜੇਗਾ। ਅਤੇ ਇਸੇ ਵਾਸਤੇ ਇਹ ਜ਼ਬਰਦਸਤੀ ਕਿਸਮ ਦਾ ਬੜਾ ਜੋਖਮ ਦਾ ਕੰਮ ਹੁੰਦਾ। ਇਹ ਉਹਨਾਂ ਲੋਕਾਂ ਦਾ ਕੰਮ ਹੁੰਦਾ ਜਿਨ੍ਹਾਂ ਦੇ ਪੈਰਾਂ ਥੱਲੇ ਵੀ ਜ਼ਮੀਨ ਮਜ਼ਬੂਤ ਹੁੰਦੀ ਹੈ, ਜਿਨ੍ਹਾਂ ਦੇ ਪੈਰਾਂ ਕੋਈ ਹੱਡ ਗੋਡਿਆਂ ਦੀ ਜਾਨ ਵੀ ਹੁੰਦੀ ਹੈ ਅਤੇ ਈਮਾਨ ਵੀ ਹੁੰਦਾ ਸੀਨੇ ਦੇ ਵਿੱਚ, ਅਤੇ ਇੱਥੇ ਅਕਲੇ ਨਹੀਂ ਵੀ ਹੁੰਦੀ ਹੈ, ਅਕਲੇ ਸਲੀਮ ਵੀ ਹੁੰਦੀ ਹੈ। ਸਹੀ ਹੈ। ਅਤੇ ਤੁਸੀਂ ਹੁਣ ਇੰਨੀਆਂ ਕਿਤਾਬਾਂ ਵੀ ਲਿਖੀਆਂ ਹੋਈਆਂ ਨੇ, ਮੀਡੀਆ 'ਤੇ ਵੀ ਅਪੀਅਰੈਂਸ ਮੈਂ ਤੁਹਾਡੀ। ਕੋਈ ਕਿਤਾਬ ਨਹੀਂ ਲਿਖੀ। ਅੱਛਾ, ਕੋਈ ਕਿਤਾਬ ਨਹੀਂ ਲਿਖੀ, ਯਕੀਨ ਕਰੋ ਸਾਰੀਆਂ ਨਕਲਾਂ ਮਾਰੀਆਂ ਨੇ। ਕੋਈ ਕਿਤਾਬ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਮੈਂ ਤਾਂ ਅੱਲਾ ਦੀ ਕਸਮ ਹੈ, ਮੈਨੂੰ ਤਾਂ ਮਹੀਨੇ ਦੇ ਨਾਂ ਨਹੀਂ ਆਉਂਦੇ। ਮੈਂ ਤਾਂ ਸੁਣਿਆ ਤੁਹਾਡੀਆਂ ਕਿਤਾਬਾਂ ਦੀਆਂ ਲੋਕ ਨਕਲਾਂ ਮਾਰਦੇ ਨੇ। ਔਰ ਨਹੀਂ, ਇਹ ਤਾਂ ਗੱਲ ਠੀਕ ਹੈ, ਮੇਰੀਆਂ ਕਿਤਾਬਾਂ 'ਤੇ ਕਿਤਾਬਾਂ ਲਿਖੀਆਂ ਗਈਆਂ ਨੇ, ਮੇਰੀ ਨਕਲਾਂ ਮਾਰਦੇ ਨੇ। ਅਤੇ ਕਈ ਤਾਂ ਅਦੀਬ ਦੋਸਤ ਮੇਰੇ ਬਜ਼ੁਰਗ ਵੀ ਨਾਰਾਜ਼ ਨੇ ਮੇਰੇ ਤੋਂ ਕਿ ਇਹ ਬੰਦਾ ਪਾਗਲ ਹੈ। ਹਾਂਜੀ, ਸਮਝਦੇ ਹੋ ਨਾ ਜੀ। ਫਜ਼ੂਲਿਆਤ ਲਿਖ ਕੇ 5,000 ਰੁਪਇਆ 8,000 ਰੁਪਇਆ ਕੀਮਤ, ਹੁਣ ਉਹਦੀ 25,000 ਦੀ ਕਿਤਾਬ ਆ ਰਹੀ ਹੈ ਦੁਨੀਆ ਦੀ ਤਾਰੀਖ ਦੇ ਵਿੱਚ ਪਹਿਲੀ ਦਫਾ। ਅਤੇ ਹੁਣ ਦੱਸੋ ਤੁਸੀਂ, ਅਤੇ ਉਹਨਾਂ 'ਤੇ ਫਿਰ ਮੈਨੂੰ ਗੱਲਾਂ ਕਰਨੀਆਂ ਨੇ। ਅਸਲ ਦੇ ਵਿੱਚ ਅਸਲ ਨਾਲੋਂ ਨਕਲ ਚੰਗੀ ਹੁੰਦੀ ਹੈ। ਮੈਂ ਨਕਲਾਂ ਮਾਰਨਾ ਮਗਰ ਬੜੇ ਤਰੀਕੇ ਦੇ ਨਾਲ ਅਤੇ ਬੜੇ ਅਸਲ ਤਰੀਕੇ ਦੇ ਨਾਲ। ਚੋਰੀ ਕਰਨਾ ਪਤਾ ਨਹੀਂ ਲੱਗਣ ਦਿੰਦਾ ਕਿਸੇ। ਅਤੇ ਤੁਹਾਡੇ 'ਤੇ ਕਦੀ ਕੋਈ ਫਤਵਾ ਨਹੀਂ ਆਇਆ? ਮੈਂ ਆਪ ਹੀ ਬੜਾ ਵੱਡਾ ਫਤਵਾ, ਮੇਰੇ 'ਤੇ ਕਿਸੇ ਫਤਵਾ ਕੀ ਲਾਣਾ। ਉਹਦੀ ਵਜ੍ਹਾ ਹੈ ਵੇ ਕਿ ਇਹ ਫਤਵੇ ਦਰਅਸਲ ਉਹ ਲੋਕ ਲਾਉਂਦੇ ਨੇ ਕਿ ਜਿਹੜੇ ਆਪਣੇ ਆਪ ਨੂੰ ਬੜਾ ਪਾਕ ਸਾਫ਼ ਸਮਝਦੇ ਨੇ। ਠੀਕ ਹੈ। ਮੈਂ ਇੱਕ ਅੱਛਾ ਕੰਮ ਕਰਨਾ, ਉਹਦੇ ਨਾਲ 107 ਕੰਮ ਮੈਂ ਗਲਤ ਕਰਨਾ, ਤਾਂ ਕਿ ਮੈਂ ਕੈਂਡੇ ਵਿੱਚ ਰਹਾਂ, ਕਾਇਮ ਰਹਾਂ। ਠੀਕ ਹੈ ਜੀ, ਸਮਝੋ ਕਿ ਨਹੀਂ। ਮੈਂ ਕਦੀ ਜ਼ਿੰਦਗੀ ਦੇ ਵਿੱਚ ਪਹਿਲੀ ਸਾਬ ਦੀ ਨਮਾਜ਼ ਨਹੀਂ ਪੜ੍ਹੀ, ਸਭ ਤੋਂ ਪਿੱਛੇ। ਉਹਦੀ ਵਜ੍ਹਾ ਹੈ ਕਿ ਅਜੇ ਸਾਰੇ ਪਹਿਲੀ ਦਫਾ ਕਹਿੰਦੇ ਨਾ ਅਸਲਾਮੁ ਅਲੈਕੁਮ ਵਰਹਮਤੁল্লাਹ ਅਲੈਹ, ਅਤੇ ਮੈਂ ਉੱਠ ਕੇ ਅਤੇ ਜੁੱਤੀ ਪਹਿਲੇ ਮੈਂ ਤਾੜੀ ਹੁੰਦੀ ਹੈ, ਅਤੇ ਮੈਂ ਉੱਠ ਕੇ ਅਤੇ ਮੈਂ ਜੁੱਤੀ ਫੜ ਕੇ ਅਤੇ ਮੈਂ ਨੱਸ ਗਿਆ ਹੁੰਦਾ। ਠੀਕ ਹੈ। ਇੱਕੋ ਪਾਸੇ ਸਲਾਮ ਕਰਨਾ, ਦੂਸਰੇ ਪਾਸੇ ਕਰਦਾ ਕੋਈ ਨਹੀਂ। ਹੁਣ ਕਿਹੜਾ ਬੰਦਾ ਹੈ ਜਿਹੜਾ ਮੈਨੂੰ ਉਹਦਾ ਕਿ ਇਹਨਾਂ ਚੀਜ਼ਾਂ ਤੋਂ ਮਨਾ ਕਰੇ, ਮੇਰੇ 'ਤੇ ਫਤਵਾ ਲਾਏਗਾ। ਉਹਦੀ ਵਜ੍ਹਾ ਇਹ ਵੇ ਕਿ ਮਜ਼ਹਬ ਇਨਸਾਨ ਦਾ, ਅਕੀਦਾ ਇਨਸਾਨ ਦਾ ਇੱਕ ਪਰਸਨਲ ਮਾਮਲਾ ਹੈ। ਇਹਦੇ ਵਿੱਚ ਕਿਸੇ ਨੂੰ ਹੈ ਜੀ, ਅਤੇ ਜੇ ਗੁਨਾਹਗਾਰ ਨੇ ਆਪਣੀ ਸਜ਼ਾ ਖੁਦ ਹੀ ਭੁਗਤਣੀ ਹੈ। ਠੀਕ ਹੈ ਜੀ, ਅਤੇ ਨੇਕੋਕਾਰ ਨੇ ਆਪਣੀ ਹੂਰ ਦਾ ਖੁਦ ਹੀ ਮਾਲਕ ਬਣਨਾ, ਅਤੇ ਕਿਸੇ ਹੋਰ ਨੂੰ ਮਾਮਾ ਬਣਨ ਦੀ ਕੀ ਜ਼ਰੂਰਤ ਹੈ। ਤੁਸੀਂ ਕਿਹਾ ਕੁਛ ਐਸੀਆਂ ਖਾਸ ਚੀਜ਼ਾਂ ਨੇ ਜਿਹੜੀਆਂ ਮੇਰੇ ਨਾਲ ਨੇ, ਮੈਂ ਦੱਸ ਨਹੀਂ ਰਿਹਾ। ਤੁਸੀਂ ਇੱਕ ਦਫਾ ਸ਼ਾਇਦ ਜ਼ਿਕਰ ਕੀਤਾ ਸੀ ਕਿ ਤੁਸੀਂ ਮਖਤੂਮ ਪੈਦਾ ਹੋਏ ਹੋ, ਔਰ ਇਹ ਬੜਾ ਰੇਅਰ ਕੇਸ ਹੈ। ਮਖਤੂਨ ਜੀ, ਹਾਂਜੀ ਜੀ। ਅੱਛਾ, ਇਹ ਹਕੀਕਤ ਹੈ? ਹਾਂ ਜੀ, ਇਹ ਹਕੀਕਤ ਹੈ ਕਿ ਮੇਰੇ ਖਤਨੇ ਨਹੀਂ ਹੋਏ। ਉਹਦੀ ਵਜ੍ਹਾ ਹੈ ਕਿ ਕੁਛ ਲੋਕ ਐਸੇ ਨੇ ਕਿ ਜਿਹੜੇ ਮਖਤੂਨ ਪੈਦਾ ਹੁੰਦੇ ਨੇ। ਅੱਛਾ, ਹਾਂਜੀ। ਇਹਦੇ 'ਚ ਅੱਛੇ ਲੋਕ ਜ਼ਿਆਦਾ ਪੈਦਾ ਹੋਏ ਨੇ। ਇਹ ਨਹੀਂ ਕਿ ਮੈਂ ਮਖਤੂਨ ਪੈਦਾ ਹੋਇਆ ਅਤੇ ਉਹ ਹੈ। ਅੱਜ ਵੀ ਕਈ ਲੋਕ ਬੱਚੇ ਐਸੇ ਪੈਦਾ ਹੁੰਦੇ ਨੇ ਕਿ ਜਿਨ੍ਹਾਂ ਨੂੰ ਨਾਈ ਇਹ ਕਹਿੰਦਾ ਹੈ ਕਿ ਇਹਨੂੰ ਸੁਣਤਾ ਬਣਨ ਦੀ ਜ਼ਰੂਰਤ ਨਹੀਂ। ਠੀਕ ਹੈ। ਕਈ ਬੱਚੇ ਐਸੇ ਹੁੰਦੇ ਨੇ ਜਿਨ੍ਹਾਂ ਦੀ ਗੋਲੀ ਇੱਕ ਹੈ, ਕਈ ਜਿਨ੍ਹਾਂ ਦੀ ਹੈ ਹੀ ਨਹੀਂ। ਇਹ ਹੁਣ ਪਿਛਲੇ ਦਿਨਾਂ 'ਚ ਕੋਈ ਬੱਚੇ 2 ਪੈਦਾ ਹੋਏ ਨੇ, ਉਹਨਾਂ ਦੇ ਨਾਖੂਨ ਕੋਈ ਨਹੀਂ ਹੱਥਾਂ ਉੱਤੇ, ਉਹ ਮੇਰੇ ਮਗਰ ਪਏ ਦੇ ਨੇ ਜੀ, ਨਾਖੂਨ ਕੋਈ ਨਹੀਂ। ਮੈਂ ਕਿਹਾ ਯਾਰ ਅੱਲਾ ਦੇ, ਹੈਂ ਜੀ, ਚੰਗਾ ਹੋਇਆ ਨਾਖੂਨ ਕੋਈ ਨਹੀਂ। ਲੇਕਿਨ ਇਹ ਵੇ ਕਿ ਆਪਣਾ ਨੇੜੇ ਸੇਦੇ ਛਿਲਣ ਲੱਗਿਆ, ਮੂੰਗਫਲੀ ਖਾਣ ਲੱਗਿਆ, ਨਾਖੂਨਾਂ ਦੀ ਲੋੜ ਪੈਂਦੀ ਹੈ। ਲੜਾਈ ਦੇ ਵਿੱਚ ਬੜਾ ਕੰਮ ਦਿੰਦੇ ਨੇ ਨਾਖੂਨ। ਅੱਛਾ, ਕੀ ਖਿਆਲ ਹੈ? ਹਾਂਜੀ, ਡੱਬਾ ਖੋਲ੍ਹਣ 'ਚ ਬੜਾ ਕੰਮ ਦਿੰਦੇ ਨੇ ਨਾਖੂਨ। ਹੈਂ ਜੀ, ਖੁਰਕ ਕਰਨ ਲੱਗਿਆ ਬੜਾ ਨਾਖੂਨ ਕੰਮ ਦਿੰਦੇ ਨੇ। ਉਹਨਾਂ 'ਚ ਕੋਈ ਗੱਲ ਨਹੀਂ। ਅਤੇ ਮਖਤੂਨ ਪੈਦਾ ਹੋਣਾ ਕੋਈ ਕਮਾਲ ਦੀ ਬਾਤ ਨਹੀਂ, ਲੇਕਿਨ ਮਖਸੂਸ ਕਿਸਮ ਦੇ ਬੱਚੇ ਐਸੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਸੁਣ ਦੀ ਜ਼ਰੂਰਤ ਨਹੀਂ ਪੈਂਦੀ, ਹੁੰਦਾ ਹੀ ਨਹੀਂ ਸਿਲਸਿਲਾ ਸੁਣਤੀਏ ਵਾਲਾ। ਲੇਕਿਨ ਇਹਦੇ ਬਾਵਜੂਦ ਫਿਰ ਨਾਈ ਕੀ ਕਰਦੇ ਨੇ ਕਿ ਜ਼ਰਾ ਜਿੰਨਾ ਉਸ ਤਰ੍ਹਾਂ ਲਾ ਕੇ ਨਾ ਅਤੇ ਇੱਕ ਕਤਰਾ ਖੂਨ ਦਾ ਕੱਢ ਦਿੰਦੇ ਨੇ, ਠੀਕ ਨਿਸ਼ਾਨੀ ਕਰ ਦਿੰਦੇ। ਅੱਛਾ, ਇੱਕ ਆਮ ਤਾਸੁਰ ਹੈ ਕਿ ਬਾਬਾ ਯਾਹਿਆ ਦੇ ਕੋਲ ਜਿੰਨਾਤ ਨੇ ਅਤੇ ਉਹ ਜਿਹੜੀ ਗੱਲ ਕਰਦੇ ਨੇ ਹੋ ਜਾਂਦੀ ਹੈ। ਹੁਣ ਤੁਸੀਂ ਕੀ ਕਹੋਗੇ ਕਿ ਇਹ ਮਹਿਜ਼? ਨਹੀਂ, ਮੇਰੇ ਜਿੰਨਾਤ ਨਾਲ ਤਾਲੁਕਾਤ ਹੈ ਨੇ ਭਾਈ ਜਾਨ। ਇਹਦੇ ਵਿੱਚ ਛੁਪਾਉਣ ਵਾਲੀ ਯਾਰ ਗੱਲ ਕੀ ਹੈ? ਠੀਕ ਹੈ। ਅਗਰ ਕਿਸੇ ਨੂੰ ਇਹ ਪੁੱਛਿਆ ਜਾਏ ਕਿ ਵੀ ਯਾਰ ਤੇਰੀ ਸ਼ਾਦੀ ਹੋਈ, ਜੇ ਕੋਈ ਗਰਲਫਰੈਂਡ ਹੈ, ਉਹ ਕਹਿੰਦਾ ਯਾਰ ਗੱਲ ਹੈ ਵੇ ਸ਼ਾਦੀ ਮੈਂ ਜ਼ਰੂਰ ਕੀਤੀ ਹੈ, ਲੇਕਿਨ ਇੱਕ ਗਰਲਫਰੈਂਡ ਮੇਰੀ ਸ਼ਾਦੀ ਤੋਂ ਪਹਿਲੋਂ ਦੀ, ਉਹਨੂੰ ਮੈਂ ਕਿਹਾ ਸੀ ਸਾਰੀ ਜ਼ਿੰਦਗੀ ਮੈਂ ਤੇਰੇ ਨਾਲ ਨਿਭਾਵਾਂਗਾ। ਠੀਕ ਹੈ। ਉਹਨੂੰ ਇਹ ਨਹੀਂ ਸੀ ਕਿਹਾ ਕਿ ਮੈਂ ਸ਼ਾਦੀ ਹੋਰ ਵੀ ਕਰਾਂਗਾ, ਲੇਕਿਨ ਤੇਰੇ ਨਾਲ ਨਿਭਾ। ਉਹਨੂੰ ਮੈਂ ਅੱਜ ਵੀ ਇਹ ਕਹਿਣਾ ਕਿ ਤੇਰੇ ਨਾਲ ਨਿਭਾ ਰਿਹਾ ਨਾ, ਭਾਵੇਂ ਮੈਂ 20 ਸ਼ਾਦੀਆਂ ਕਰਾਂ।
ਤੇ ਗੱਲ ਹੈ ਵੇ ਕਿ ਇਹ ਜਿੰਨਾਤ ਜਿਹੜੇ ਨੇ ਕਿਆ ਕਹਿੰਦੇ ਇਹ ਜਿੰਨਾਤ ਜਿਹੜੇ ਨੇ ਇਹ ਏਡੀ ਵੱਡੀ ਗੱਲ ਕੋਈ ਨਹੀਂ ਜਿਹੜੀ ਦੁਨੀਆ ਬਣਾ ਕੇ ਫਿਰਦੀ ਹੈ। ਅੱਛਾ, ਐਸੀ ਗੱਲ ਕੋਈ ਨਹੀਂ। ਮੇਰੇ ਤਾਲੁਕਾਤ ਹੈ ਨੇ ਜਿੰਨਾਤ ਨਾਲ, ਮੈਂ ਉਹਨਾਂ ਨੂੰ ਮਿਲਣਾ ਵਾਂ, ਮੇਰੇ ਦੋਸਤ ਨੇ, ਮੇਰੇ ਜਿੰਨਾਤ ਹੀ ਨਹੀਂ ਬਲਕਿ ਮੇਰੇ ਤੋਂ ਮਾਦਨੀਆਤ ਜਿਹੜੇ ਨੇ ਇਹ ਬੜੇ ਦੋਸਤ ਨੇ। ਮਖਸੂਸ ਕਿਸਮ ਦੇ ਪੱਥਰ ਮੇਰੇ ਦੋਸਤ ਨੇ, ਮੇਰੇ ਕੋਲ ਆ ਜਾਂਦੇ ਨੇ। ਅੱਛਾ, ਯਕੀਨ ਕਰੋ ਤੁਸੀਂ, ਇੱਕ 27 ਸਾਲਾਂ ਬਾਅਦ ਮੇਰੇ ਕੋਲ ਇੱਕ ਪੱਥਰ ਆਇਆ, ਕਿੱਥੋਂ ਨਿਕਲਿਆ ਤੇ ਕਿੱਥੇ ਪੈਦਾ ਹੋਇਆ ਤੇ ਕਿਹਦੇ ਕੋਲ ਰਿਹਾ, ਆਖਰ ਮੇਰੇ ਕੋਲ ਆ ਕੇ ਉਹਨੇ ਸਾਹ ਲਿਆ। ਠੀਕ ਹੈ। ਮੇਰੇ ਨਾਲ ਪੱਥਰ ਹੀ ਮੁਹੱਬਤਾਂ ਕਰਦੇ ਨੇ, ਮੇਰੇ ਕੋਲ ਬੇਸ਼ੁਮਾਰ ਮਾਦਨੀਆਤ ਨੇ, ਪੱਥਰ ਹੀ ਪੱਥਰ ਨੇ, ਪੱਥਰ ਹੀ ਪੱਥਰ ਨੇ, ਪੱਥਰ ਹੀ ਪੱਥਰ ਨੇ। ਅੱਛਾ, ਠੀਕ ਹੈ। ਇਹ ਮੈਂ ਹੁਣ ਤੁਸੀਂ ਯਕੀਨ ਕਰੋ, ਮੈਂ ਗਲੇ ਦੇ ਵਿੱਚ ਮੇਰੇ ਮਣਕੇ ਵੀ ਸਨ ਪਏ ਦੇ, ਅੰਗੂਠੀਆਂ ਵੀ ਮੈਂ ਪਾਈ ਦੀਆਂ ਸਨ, ਕੜੇ ਵੀ ਮੈਂ ਪਾਏ ਦੇ ਸਨ, ਅਤੇ ਮੈਂ ਤੁਹਾਡੇ ਆਉਣ ਤੋਂ ਪਹਿਲੋਂ ਲਾਏ ਨੇ। ਮੈਂ ਕਿਹਾ ਇਹ ਬੰਦੇ ਆ ਰਹੇ ਨੇ ਇਸਲਾਮਾਬਾਦ ਤੋਂ, ਮੇਰੀ ਗੱਲ ਨਹੀਂ, ਤੇ ਇਹਨਾਂ ਦਾ ਇਤਬਾਰ ਕੋਈ ਨਹੀਂ, ਮੇਰੀ ਗੱਲ ਨਹੀਂ ਸਮਝੋ। ਠੀਕ ਹੈ ਜੀ। ਠੀਕ ਹੈ ਜੀ। ਤੇ ਉਹ ਹੁਣ ਜਿਹੜਾ ਸੁਣਨ ਵਾਲੇ ਨੇ, ਆਹੋ, ਉਹ ਸੋਚਣਗੇ ਕਿ ਅਗਰ ਇੰਨਾ ਹੀ ਆਸਾਨ ਨੇ ਜਿਨਾਤ ਦੇ ਨਾਲ ਦੋਸਤੀ ਕਰਨਾ, ਨਹੀਂ ਤੇ ਤੁਸੀਂ ਆਸਾਨ ਨਹੀਂ, ਉਹਨੂੰ ਪੁੱਛਣਾ ਸੀ ਕਿ ਅਸੀਂ ਵੀ ਕਰਨੀ ਹੈ। ਨਹੀਂ, ਮੈਂ ਤੁਹਾਡੀ ਖਿਦਮਤ 'ਚ ਅਰਜ਼ ਕਰਾਂ, ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਜੀ ਜੀ। ਤੁਹਾਡੇ ਨਾਲ ਵੀ ਜਿੰਨਾਤ ਮੌਜੂਦ ਨੇ, ਉਹਨਾਂ ਨਾਲ ਵੀ ਜਿੰਨਾਤ ਮੌਜੂਦ ਨੇ, ਉਹਨਾਂ ਨਾਲ ਵੀ ਜਿੰਨਾਤ ਮੌਜੂਦ ਨੇ। ਠੀਕ ਹੈ। ਹਰ ਬੰਦੇ ਦੇ ਨਾਲ ਇੱਕ ਫਰਿਸ਼ਤੇ ਵੀ ਮੌਜੂਦ ਹੁੰਦੇ ਨੇ। ਯਾਰ ਇੰਨੀ ਗੱਲ ਨੂੰ ਤੁਸੀਂ ਕਿਉਂ ਨਹੀਂ ਸਮਝਦੇ? 2 ਫਰਿਸ਼ਤੇ ਮੁਕਰਰ ਹੈ ਨੇ ਤੁਹਾਡੇ 'ਤੇ। ਜੀ ਬਿਲਕੁਲ ਹੈ। ਇਹਦਾ ਤੁਸੀਂ ਜ਼ਿਕਰ ਕਿਉਂ ਨਹੀਂ ਕਰਦੇ ਕਿ ਮੈਂ ਸੁਣਿਆ ਜੀ ਤੁਸੀਂ ਕਹਿੰਦੇ ਹੋ ਕਿ ਮੇਰੇ ਨਾਲ 2 ਫਰਿਸ਼ਤੇ ਨੇ। ਉਹ ਕਹਿਣਗੇ ਐਡਾ ਵੱਡਾ ਮਾਮਾ ਕਿੱਥੋਂ ਆ ਗਏ 3 ਫਰਿਸ਼ਤੇ? ਉਹ ਤੇਰੇ ਨਾਲ ਤੇ ਬਾਂਦਰ ਨਹੀਂ ਖੜੋਂਦਾ, ਤੂੰ ਫਰਿਸ਼ਤੇ ਲਾ ਕੇ ਬੈਠਾ ਮੈਂ। ਇਹ ਤਾਂ ਪੱਕੀ ਗੱਲ ਹੈ ਨਾ ਕਿ ਤੁਹਾਡੇ ਕੋਲ 2 ਫਰਿਸ਼ਤੇ ਨੇ, ਇੱਕ ਗੁਨਾਹ ਦਾ ਹਿਸਾਬ ਲਿਖਦਾ ਅਤੇ ਇੱਕ ਉਹ ਲਿਖਦਾ। ਸਹੀ ਹੈ ਜੀ। ਠੀਕ ਹੈ। ਅਤੇ ਜਿਸਲੇ ਬੱਚਾ ਜੰਮਦਾ ਹੈ ਉਸ ਵਕਤ ਇੱਕ ਫਰਿਸ਼ਤਾ ਆਉਂਦਾ ਹੋਵੇ, ਮੁਬਾਰਕ ਦੇ ਕੇ ਜਾਂਦਾ ਹੋਵੇ। ਠੀਕ ਹੈ। ਅਤੇ ਜਿਸਲੇ ਬੰਦਾ ਮਰਦਾ ਹੈ ਉਸ ਵਕਤ ਇੱਕ ਫਰਿਸ਼ਤਾ ਆਉਂਦਾ ਹੈ ਤਾਂ ਅਫਸੋਸ ਕਰਕੇ ਜਾਂਦਾ। ਅਤੇ ਇਹਦੇ ਵਿੱਚ ਗੱਲ ਕੀ, ਫਰਿਸ਼ਤਿਆਂ ਨਾਲ ਤਲਕਾਤ ਨਹੀਂ, ਜਿੰਨਾਤ ਨਾਲ ਤਲਕਾਤ ਨਹੀਂ। ਅਤੇ ਮੈਨੂੰ ਇਹ ਦੇਖਣ ਦੀ ਕਿਹੜੀ ਬੁਰਾਈ ਦੀ ਗੱਲ ਹੈ ਕਿ ਜਿੰਨਾਤ ਨਾਲ ਮੇਰੇ ਤਾਲੁਕਾਤ ਹੈ ਨੇ, ਮੈਂ ਵੇਖੇ ਨੇ, ਮੈਨੂੰ ਮਿਲਦੇ ਨੇ, ਮੈਂ ਵੀ ਉਹਨਾਂ ਨੂੰ ਮਿਲਣਾ। ਐਸੀ ਕਿਹੜੀ ਗੱਲ ਹੈ? ਅੱਛਾ, ਲੇਕਿਨ ਉਹ ਤਾਸੁਰ ਇਹ ਹੁੰਦਾ ਨਾ ਕਿ ਸ਼ਾਇਦ ਜਿੰਨਾਤ ਦੇ ਕੋਲੋਂ ਕੰਮ ਲੈਣਾ ਹੋਏ ਆਪਣੀ ਮਰਜ਼ੀ ਦਾ। ਨਹੀਂ, ਜਿਹਦੇ ਕੰਮ ਆਪੀ ਸਾਰੇ ਹੋ ਜਾਂਦੇ ਹੋਣ, ਹੈਂ ਜੀ। ਠੀਕ। ਮੇਰੀ ਗੱਲ, ਜਿਹਦੇ ਮਾਂ ਬਾਪ ਸ਼ਾਦੀ ਕਰ ਦੇਣ, ਜੀ ਜੀ, ਹੈ, ਅਤੇ ਬੱਚੇ ਨੂੰ ਜਨਾਬ ਜੀ ਅੱਖਾਂ ਲਾ ਕੇ ਸ਼ਾਦੀ ਕਰਨ ਦੀ ਕੀ ਲੋੜ ਹੈ? ਮੈਨੂੰ ਤੇ ਦੱਸੋ। ਕਾਲੇ ਕੱਪੜਿਆਂ ਦਾ ਤੁਸੀਂ ਜ਼ਿਕਰ ਤੇ ਬਹੁਤ ਦਫਾ ਕੀਤਾ ਹੈ, ਲੇਕਿਨ ਇਹਦਾ ਰਾਜ਼ ਕੀ ਹੈ? ਔਰ ਇਹ ਬਚਪਨ ਤੋਂ ਹੈ? ਬਚਪਨ ਤੋਂ ਜੀ, ਇਹ ਮੇਰਾ ਅਜ਼ਲ ਤੋਂ ਹੈ। ਇਹ ਮੇਰਾ ਹੀ ਨਹੀਂ, ਹਰ ਬੰਦੇ ਦਾ ਅਜ਼ਲ ਤੋਂ ਹੀ ਇਹਦੇ ਨਾਲ ਹੀ ਵਾਸਤਾ ਹੈ। ਹੁਣ ਮੈਂ ਕਿਹੜੀ ਗੱਲ ਕਰਾਂ ਤੁਹਾਡੇ ਨਾਲ? ਤੁਸੀਂ ਇਹ ਦੱਸੋ, ਤੁਸੀਂ ਮੈਨੂੰ ਇਹ ਦੱਸੋ, ਖੁਦਾ ਦੇ ਘਰ ਨੂੰ ਤੁਸੀਂ ਉਹਨਾਂ ਨੇ ਕਾਲੇ ਕੱਪੜੇ ਪਵਾਏ ਦੇ ਨੇ, ਅਤੇ ਤੁਹਾਡੇ ਕੀ ਹੋਰ ਮੰਗਦੇ ਕੀ ਹੋ ਤੁਸੀਂ? ਸਹੀ ਜੀ। ਖਾਨੇ ਕਾਵੇ ਉੱਤੇ ਕਦੀ ਕਾਲਾ ਰੰਗ ਨਹੀਂ ਸੀ ਪਿਆ। ਜੀ ਜੀ। ਕਦੀ ਤੁਸੀਂ ਤਾਰੀਖ ਉਠਾ ਕੇ ਦੇਖੋ ਅਤੇ ਤੁਹਾਨੂੰ ਸਮਝ ਆਏਗੀ ਕਿ ਖਾਨੇ ਕਾਵੇ ਨੂੰ ਦੁਨੀਆ ਦੇ ਮੁਸਲਮਾਨ ਮਮਾਲਿਕ ਜਿਹੜੇ ਸਨ ਆਪਣੀ ਪਸੰਦ ਦਾ ਆ ਕੇ ਗਿਲਾਫ ਚੜ੍ਹਾਉਂਦੇ ਸਨ, ਹਰ ਸਾਲ ਵਾਰੀ ਆਪਣੀ ਨਾਲ। ਠੀਕ ਹੈ। ਇੱਕ ਦਿਨ, ਇੱਕ ਸਾਲ ਤੁਸੀਂ, ਇੱਕ ਸਾਲ ਹੋਣਾ, ਇੱਕ ਸਾਲ ਹੋਣਾ, ਇੱਕ ਸਾਲ ਹੋਣਾ, ਪੂਰਾ ਸਾਲ ਤਿਆਰ ਕਰਦੇ ਸਨ ਮੁਸਲਮਾਨ ਮੁਲਕ। ਉਹ ਖਿਲਾਫ ਇਹ ਕਾਬਾ ਨੂੰ ਲੈ ਕੇ ਆਉਂਦੇ ਸਨ। ਠੀਕ। ਕੈਦ ਕੋਈ ਨਹੀਂ ਸੀ। ਜਿਸ ਤਰ੍ਹਾਂ ਦਾ ਕੋਈ ਡਿਜ਼ਾਇਨ ਲਿਆ, ਸਾਈਜ਼ ਉਹਨਾਂ ਦੇ ਕੋਲ ਹੁੰਦਾ ਸੀ। ਕੱਪੜੇ ਦੀ ਵੀ ਕੁਆਲਿਟੀ ਦਾ ਕੋਈ ਸਾਈਜ਼ ਨਹੀਂ ਸੀ। ਠੀਕ ਹੈ। ਠੀਕ। ਹੁਣ ਮੈਂ ਸਾਊਦੀ ਅਰੇਬੀਆ ਜਾਣਾ, ਮੈਨੂੰ ਮੁਸੀਬਤ ਪੈ ਜਾਂਦੀ। ਠੀਕ। ਮੇਰੇ ਜਿਹੜੇ ਬੱਚੇ ਆਉਂਦੇ ਨੇ, ਮੈਂ ਹੁਣ ਗਿਆ ਵਾਂ, 24-25 ਬੱਚੇ ਮੇਰੇ ਨਾਲ ਉੱਥੋਂ ਆ ਗਏ। ਕੋਈ ਅਮਰੀਕਾ ਤੋਂ ਆਇਆ, ਕੋਈ ਅਫਰੀਕਾ ਤੋਂ ਆਇਆ, ਕੋਈ ਇੰਡੀਆ ਤੋਂ ਆਇਆ, ਕੋਈ ਪਾਕਿਸਤਾਨ ਤੋਂ, ਕੋਈ ਇੰਗਲੈਂਡ ਤੋਂ, ਦੁਨੀਆ ਭਰ ਤੋਂ ਇਕੱਠੇ ਬੱਚੇ ਹੋ ਗਏ। ਮੈਨੂੰ ਫਲੋਰ ਹੀ ਪੂਰਾ ਲੈਣਾ ਪੈ ਗਿਆ ਹੋਟਲ ਦਾ। ਠੀਕ ਹੈ। ਹੁਣ ਬੱਚੇ ਮੇਰੇ ਆ ਰਹੇ ਨੇ, ਮੇਰੇ ਨਾਲ ਰਹਿੰਦੇ ਨੇ, ਅਤੇ ਜ਼ਾਹਿਰ ਹੈ ਮੇਰੇ ਸਾਰੇ ਬੱਚੇ ਕਾਲੇ ਲਿਬਾਸ ਪਹਿਨਦੇ ਨੇ। ਲਓ ਜੀ, ਹੁਣ ਅਸੀਂ ਪਾ ਕੇ ਆ ਤੇ ਗਏ ਹਾਂ, ਮੈਂ ਵੀਲ ਚੇਅਰ 'ਤੇ ਸਾਂ। ਠੀਕ ਹੈ। ਆ ਤੇ ਗਏ ਹਾਂ ਮਦੀਨਾ ਸ਼ਰੀਫ ਨਾਲ। CID ਹੈ ਸਾਡੇ ਪਿੱਛੇ। ਇੱਥੇ ਟੈਲੀਫੋਨ ਕਰਨਾ ਨੂੰ ਲਾਏ ਦੇ ਨੇ, ਪਤਾ ਨਹੀਂ ਕਿੰਨਾ ਟੈਲੀਫੋਨ ਕਰਦੇ ਫਿਰਦੇ ਨੇ। ਇੱਥੇ ਟੈਲੀਫੋਨ ਲਾਏ ਨੇ। ਇੱਕ ਵਾਰੀ ਹੈਲੀਕਾਪਟਰ ਵੀ ਉੱਤੇ ਚੱਕਰ ਲਾ ਗਿਆ। ਹੁਣ ਸਵਾਲ ਪੈਦਾ ਇਹ ਹੁੰਦਾ ਵੇ, ਉਹ ਭਾਈ ਜੀ, ਕਿ ਅਸੀਂ ਚੋਰ ਹਾਂ, ਅਸੀਂ ਡਾਕੂ ਹਾਂ। ਤੁਸੀਂ ਮਦੀਨੇ ਜਾਓ, ਤੁਸੀਂ ਮੱਕੇ ਜਾਓ, ਤੁਸੀਂ ਵੇਖੋਗੇ ਇਹਨਾਂ ਦੀਆਂ ਔਰਤਾਂ, ਇਹਨਾਂ ਦੇ ਮਰਦ, ਵੱਡੇ ਸ਼ਿਊਖ, ਉਹਨਾਂ ਵੱਡੀਆਂ ਬਾਹਾਂ ਪਾਈ ਦੀਆਂ ਨੇ ਕਾਲੇ ਰੰਗ ਦੀਆਂ,
ਸਿਰਾਂ ਉੱਤੇ ਕਾਲੇ ਰੰਗ ਦੇ ਉਹ ਵੀ ਪਾਏ ਦੇ ਨੇ, ਆਪਣਾ ਰੁਮਾਲ ਵੀ ਬਣੇ ਨੇ, ਚਿੱਟੇ ਦੇ ਵੀ ਬਣੇ ਦੇ ਨੇ। ਠੀਕ ਹੈ। ਅੱਛਾ, ਹੁਣ ਇਨਸਾਨੀ ਜ਼ਿੰਦਗੀ 'ਤੇ ਕੋਈ ਹੋਰ ਵੀ ਪਾਉਣਾ ਚਾਹੇਗਾ, ਠੀਕ ਹੈ, ਅਤੇ ਇਹਦੇ ਅਸਰਾਤ ਕੀ ਹੁੰਦੇ ਨੇ, ਉਹਦੇ ਬਾਰੇ ਜਾਣਨਾ ਚਾਹ ਰਹੇ ਹਾਂ, ਉਹ ਦੱਸੋ। ਮੈਂ ਤੁਹਾਡੀ ਖਿਦਮਤ 'ਚ ਅਰਜ਼ ਕਰਾਂ, ਮੈਨੂੰ ਤੁਸੀਂ ਐਵੇਂ ਜਜ਼ਬਾਤੀ ਨਾ ਕਰੋ, ਤੁਸੀਂ ਫੜ ਕੇ। ਅਸੀਂ ਇੰਤਹਾਈ ਗਲਤ ਕਿਸਮ ਦੇ ਲੋਕ ਹਾਂ। ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਅਸੀਂ ਕਰਦੇ ਕੋਈ ਨਹੀਂ, ਅਤੇ ਜਿਹੜੇ ਨਹੀਂ ਕਰਨ ਵਾਲੇ ਉਹਨਾਂ ਤੋਂ ਅਸੀਂ ਖਾਮ ਬਹਿਸ ਕਰਨੇ ਹਾਂ। ਇਜਤਮਾਈ ਤੌਰ ਦੇ ਉੱਤੇ ਬਹਿਸ ਕਰਨੇ ਹਾਂ। ਸ਼ੀਏ ਨਹੀਂ ਚੰਗੇ, ਵਾਬੀ ਨਹੀਂ ਚੰਗੇ, ਸੁੰਨੀ ਨਹੀਂ ਚੰਗੇ। ਮੈਂ ਗੁਜ਼ਰਦਾ ਵਾਂ, ਮੈਨੂੰ ਇੱਕ ਅਜੀਬ ਜਿਹੀ ਆਦਤ ਹੈ ਮੇਰੀ ਕਿ ਮੈਂ ਅਗਰ ਬੰਦਾ ਨਾ ਮੇਰੇ ਕੋਲ ਗੁਜ਼ਰੇ ਕੋਈ, ਅਤੇ ਮੇਰੇ ਕੋਲ ਰਸਤੇ ਦਰਖਤ ਆ ਜਾਏ, ਅਤੇ ਖੁਦਾ ਦੀ ਕਸਮ ਮੈਂ ਤਾਂ ਦਰਖਤ ਨੂੰ ਕਹਿੰਦਾ ਅਸਲਾਮ ਵਾਲੇਕੁਮ, ਅਤੇ ਦਰਖਤ ਮੈਨੂੰ ਕਹਿੰਦੇ ਨਹੀਂ ਵਾਲੇਕੁਮ ਅਸਲਾਮ ਵਰਹਮਤੁল্লাহ ਵਬਰਕਾਤੁਹੂ। ਮੈਂ ਆਪਣੇ ਕੰਨਾਂ ਨਾਲ ਸੁਣਨਾ। ਖੁਦਾ ਜਾਣਦਾ, ਤੁਸੀਂ ਇੱਕ ਪੱਥਰ ਨੂੰ ਕਹਿ ਦਿਓ ਅਸਲਾਮ ਵਾਲੇਕੁਮ, ਤੁਹਾਨੂੰ ਜਵਾਬ ਦੇਗਾ। ਇਹ ਤੁਹਾਡੇ ਕੰਨ ਹੋਣੇ ਚਾਹੀਦੇ ਨੇ ਇਸ ਕਾਬਲ ਕਿ ਤੁਸੀਂ ਉਹਨਾਂ ਦੀ ਉਹਦੀ ਗੁਫ਼ਤਗੂ ਨੂੰ ਵੀ ਸਮਝ ਸਕੋ। ਅਸੀਂ ਚਿੜੀਆਂ ਦੀ ਚੂੰ ਚੂੰ ਨਹੀਂ ਸਮਝਦੇ, ਤੋਤੇ ਦੀ ਟੈਂ ਟੈਂ ਨੂੰ ਨਹੀਂ ਸਮਝਦੇ, ਬਿੱਲੀ ਦੀ ਮਿਆਉ ਮਿਆਉ ਨਹੀਂ ਕਰਦੇ, ਕੁੱਤੇ ਦੀ ਵੰ ਵੰ ਨਹੀਂ ਸਮਝਦੇ। ਅਸੀਂ ਤਾਂ ਜਾਨਵਰਾਂ ਦੀ ਜ਼ੁਬਾਨ ਨੂੰ ਨਹੀਂ ਸਮਝਦੇ, ਅਤੇ ਫਰਿਸ਼ਤੇ ਅਤੇ ਜਿੰਨਾਤਾਂ ਦੀ ਅਤੇ ਇਹਨਾਂ ਦੀ ਜ਼ੁਬਾਨ ਨੂੰ ਕਿੱਥੋਂ ਸਮਝਾਂਗੇ ਅਸੀਂ ਹਾਂ ਲਕੀਰ ਦੇ ਫਕੀਰ ਲੋਕ, ਅਸੀਂ ਹਾਂ ਇੰਤਹਾ ਪਸੰਦ ਲੋਕ। ਮੇਰਾ ਈਮਾਨ ਹੈ ਵੇ ਕਿ ਜੰਨਤ ਵਿੱਚ ਵੀ ਗੁਨਾਹਗਾਰ ਲੋਕ ਜ਼ਿਆਦਾ ਹੋਣਗੇ ਜੇ, ਅਤੇ ਇਹ ਜਿਹੜੇ ਨਵੇਂ ਤੁਹਾਨੂੰ ਨਜ਼ਰ ਆਉਂਦੇ ਨਾ, ਇਹ ਜ਼ਿਆਦਾਤਰ ਉੱਧਰ ਹੋਣਗੇ। ਠੀਕ, ਕਿਆ ਕਹਿ ਰਹੇ? ਇਹ ਜਿਹੜੇ ਨਵੇਂ ਨਜ਼ਰ ਆ ਰਹੇ ਨੇ, ਨਹੀਂ, ਜਿੰਨੇ ਵੀ ਅਸੀਂ ਨਾਮ ਨਿਹਾਦ ਲੋਕ ਹਾਂ, ਜੀ, ਇਹ ਗੁਨਾਹਗਾਰ ਦੋਜ਼ਖ ਦੇ ਵਿੱਚ ਘੱਟ ਹੋਣਗੇ। ਉਹਦੀ ਵਜ੍ਹਾ ਹੈ ਕਿ ਗੁਨਾਹ ਬੜੇ ਇਮਾਨਦਾਰੀ ਨਾਲ ਕੀਤਾ ਜਾਂਦਾ ਹੈ, ਅਤੇ ਇਬਾਦਤ ਵਿੱਚ ਬੜਾ ਗੁਲੂ ਪੈਦਾ ਕੀਤਾ ਜਾਂਦਾ। ਜਿਸ ਵਕਤ ਕਿਸੇ ਚੀਜ਼ ਤਸੰਨੋ ਪੈਦਾ ਹੋ ਜਾਏਗਾ, ਜਿਸ ਵਕਤ ਕਿਸੇ ਚੀਜ਼ ਦੋ ਨੰਬਰੀ ਆਏਗੀ, ਅੰਦਰ ਇਤਵਾਰ ਆ ਜਾਏ ਤੁਹਾਨੂੰ ਕਿ ਮੇਰੀ ਨਮਾਜ਼ ਕਬੂਲ ਹੋ ਗਈ, ਤੂੰ ਮਾਰੇ ਗਏ। ਤੁਹਾਨੂੰ ਕੀ ਪਤਾ, ਜਿੰਨਾ ਗੁਨਾਹਗਾਰ ਹੋਏਗਾ ਉਨਾ ਹੀ ਰੱਬ ਦੀ ਨਜ਼ਰ 'ਚ ਅਜ਼ੀਜ਼ ਹੋਏਗਾ। ਮੈਂ ਕਿਤੇ ਲਿਖ ਬੈਠਾ, ਉਹ ਮੇਰੀ ਦੁਨੀਆ ਮੇਰੇ ਮਗਰ, ਮੀਡੀਆ ਅੱਜ ਕੱਲ੍ਹ ਮੇਰੇ ਮਗਰ ਪਿਆ ਦਾ, ਤਾਂ ਮੈਂ ਕਹਿੰਦਾ ਪੇਰਵ, ਕਿਆ ਕਹਿੰਦੇ ਪੇਰਵ। ਅੱਛਾ ਜੀ, ਤੁਸੀਂ ਛੱਡਿਆ ਕਿਹਨੂੰ? ਜਿਹਨੇ ਵੀ ਕੋਈ ਗੱਲ ਵੱਖੀਓਂ ਕੀਤੀ ਹੈ, ਤੁਸੀਂ ਤਾਂ ਮਗਰ ਪੈ ਗਏ। ਲੇਕਿਨ ਜਿਹੜਾ ਵੱਖੀਓਂ ਗੱਲ ਕਰਦਾ ਹੋਵੇ ਉਹ ਮੁਨਾਫਿਕ ਨਹੀਂ ਹੁੰਦਾ। ਉਹ ਗੱਲ ਜਿਹੜਾ ਬਬਾਂਗੇ ਦੁਹਲ ਕਰਦਾ ਗੱਲ। ਵੇਖੋ ਜੀ, ਅਸੀਂ ਹਾਂ ਦਰਵੇਸ਼ਾਂ ਫਕੀਰਾਂ ਸੂਫੀਆਂ ਨੂੰ ਮੰਨਣ ਵਾਲੇ ਲੋਕ, ਅਸੀਂ ਹਾਂ ਇਸ਼ਕ ਦੇ ਬੰਦੇ। ਠੀਕ ਹੈ, ਅਸੀਂ ਅਵੈਸੀ ਹਾਂ, ਅਸੀਂ ਬਲਾਲੀ ਹਾਂ, ਅਸੀਂ ਅਬੂ ਜ਼ਰੀ ਹਾਂ, ਅਸੀਂ ਜੁਨੈਦੀ ਹਾਂ, ਅਸੀਂ ਉਹਨਾਂ ਨੂੰ ਫਾਲੋ ਕਰਨ ਵਾਲੇ ਲੋਕ ਹਾਂ। ਇਹ ਜਿਨ੍ਹਾਂ ਲੋਕਾਂ ਦੇ ਮੈਂ ਜ਼ਿਕਰ ਕਰਨਾ, ਇਹਨਾਂ ਲੋਕਾਂ ਦੀ ਤਸੰਨੋ ਨਹੀਂ ਸੀ, ਇਹਨਾਂ ਦੇ ਮੱਥੇ 'ਤੇ ਮੁਰਾਬ ਨਹੀਂ ਸਨ ਪੇਦੇ, ਇਹਨਾਂ ਦੇ ਨਾਂ 6-6 ਬਿਗਿਆਂ ਵਿੱਚ ਨਹੀਂ ਸਨ ਲਿਖੇ ਜਾਂਦੇ। ਕਿੱਥੋਂ ਨਾਂ ਸ਼ੁਰੂ ਹੁੰਦਾ ਹੈ ਬੰਦੇ ਦਾ, ਅਤੇ ਦਰਮਿਆਨ ਦੇ ਵਿੱਚ ਉਹਦਾ ਨਾਂ ਹੁੰਦਾ ਹੈ, ਅਤੇ ਪਹਿਲੋਂ ਅਲਕਾਬ ਲੱਗੇ ਹੁੰਦੇ ਨੇ, ਅਤੇ ਫਿਰ ਰਹਿਮਤੁल्लाह ਅਲੈਹ ਅਤੇ ਫਲਾਣਾ। ਮੈਂ ਕਹਿੰਦਾ ਹੈਰਾਨ ਹਾਂ, ਮੈਂ ਐਸੇ ਐਸੇ ਬੰਦੇ ਦੇਖੇ ਨੇ ਜਿਨ੍ਹਾਂ ਨੂੰ ਅੱਲਾ ਦੀ ਕਸਮ ਈਸਾ ਮੂਸਾ ਨਹੀਂ ਲਿਖਣ ਦਾ ਪਤਾ ਕਿ ਕਿਸ ਤਰ੍ਹਾਂ ਈਸਾ ਲਿਖੀਦਾ, ਜਾਂ ਲਿਖਣ ਦਾ ਤਾਂ ਪਤਾ ਹੀ ਕਿਸੇ ਨੂੰ ਨਹੀਂ। ਕਿੰਨੀਆਂ ਜੇਵਾਂ ਆਉਂਦੀਆਂ ਨੇ, ਕਿੰਨੇ ਅਰਫ ਆਉਂਦੇ ਨੇ। ਠੀਕ ਹੈ, ਈਸਾ ਮੂਸਾ ਵੀ ਨਹੀਂ ਲਿਖਿਆ ਜਾਂਦਾ, ਉਹ ਆਪਣੇ ਆਪ ਨੂੰ ਪਤਾ ਕੀ ਲਿਖਦੇ ਨੇ। ਅਸਤਗਫਿਰੁੱਲਾਹ, ਵਾਕਫ ਰਮੂਜ਼ ਦੀਨ ਦੁਨੀਆ, ਸੁਬਹਾਨ ਅੱਲਾ, ਹੈ ਜੀ, ਵਗੈਰਾ ਵਗੈਰਾ ਵਗੈਰਾ। ਖੁਦਾ ਦਾ ਵਾਸਤਾ ਜੇ ਇੰਝ ਨਾ ਕਰੋ। ਜੇ ਰੱਬ ਨੇ 4 ਪੈਸੇ ਦਿੱਤੇ ਨੇ ਤਾਂ ਉਹਨਾਂ ਨੂੰ ਛੁਪਾ ਕੇ ਰੱਖੋ, ਉਹਨਾਂ ਦੀ ਤਸ਼ਹੀਰ ਨਾ ਕਰੋ ਕਿ ਮੈਨੂੰ ਮੇਰੇ ਕੋਲ ਪੈਸੇ ਆ ਗਏ ਨੇ 4, ਅਤੇ ਤੁਸੀਂ ਵੱਡੇ ਵੱਡੇ ਹੋਟਲਾਂ ਦੇ ਵਿੱਚ ਤੁਸੀਂ ਦਿੰਦੇ ਹੋ ਜਾ ਕੇ, ਉੱਥੇ ਤੁਸੀਂ ਹਿਜੜਿਆਂ ਪਿੱਛੇ ਲੱਖਾਂ ਰੁਪਈਏ ਉਹਨਾਂ ਦੇ ਨਿਛਾਵਰ ਕਰਦੇ ਹੋ, ਦਾੜੀਆਂ ਚਿਹਰਿਆਂ 'ਤੇ ਰੱਖੀ ਦੀਆਂ, ਅਤੇ ਇੱਕ ਦੂਸਰੇ ਦੀਆਂ ਗੱਲਾਂ ਉੱਤੇ ਨੋਟ ਰੱਖਦੇ ਹੋ, ਅਤੇ ਉਹ ਆ ਕੇ ਚੁੰਮੀ ਦਿੰਦਾ ਹੋਵੇ, ਅਤੇ ਫਿਰ ਨੋਟ ਚੁੱਕ ਕੇ ਲੈ ਕੇ ਜਾਂਦਾ ਹੋਵੇ, ਹੈਂ ਜੀ, ਅਤੇ ਫਿਰ ਤੁਸੀਂ ਸ਼ਾਮ ਨੂੰ ਮਸਜਿਦ 'ਚ ਵੀ ਬੈਠੇ ਰਹੋ। ਜੇ ਤੁਸੀਂ ਚੰਗਾ ਹੀ ਲੱਗਦਾ ਹੈ, ਮਦਦ ਹੀ ਕਰਨਾ ਚਾਹੁੰਦੇ ਹੋ, ਉਹਦੇ ਘਰ ਜਾਓ, ਇੱਕ ਮੱਝ ਲੈ ਕੇ ਜਾਓ, 2-4 ਲੱਖ ਰੁਪਈਆ ਦਿਓ, 6-7 ਬੋਰੀਆਂ ਆਟੇ ਦੀਆਂ ਰਖਵਾਓ, ਤੂੰ ਮੇਰਾ ਧੀ ਅਤੇ ਮੇਰਾ ਪੁੱਤਰ।
ਹਿਜੜਿਆਂ ਨਾਲ ਮੈਂ ਬੜੀਆਂ ਹਿਜੜਿਆਂ 'ਤੇ ਕਿਤਾਬਾਂ ਲਿਖੀਆਂ ਨੇ। ਅੱਛਾ। ਮੈਂ ਇਹਨਾਂ ਦੇ ਬੜਾ ਕਰੀਬ ਹਾਂ, ਮੈਂ ਇਹਨਾਂ ਨੂੰ ਬੜਾ ਪਸੰਦ ਕਰਨਾ। ਮੈਂ ਸਮਝਣਾ ਕਿ ਹਿਜੜਾ ਜਿਹੜਾ ਇਹ ਅੱਲਾ ਦਾ ਵਲੀ ਹੁੰਦਾ। ਇਹ ਕੀ ਹੁੰਦਾ? ਅੱਲਾ ਦਾ ਵਲੀ। ਅੱਲਾ ਦਾ ਵਲੀ ਹੁੰਦਾ। ਖੁਦਾਵੰਦ ਕਰੀਮ ਨੇ ਉਹਨੂੰ ਉਹਦੇ 'ਤੇ ਕਿੰਨੀ ਅਜ਼ਮਾਇਸ਼ ਦੇ ਵਿੱਚ ਉਹਨੂੰ ਲੈਂਦਾ ਵਾ, ਕਿੰਨੀ ਅਜ਼ਮਾਇਸ਼ ਦੇ ਵਿੱਚ ਲੈਂਦਾ ਵਾ। ਸਾਰੀ ਦੁਨੀਆ ਜਾਣਦੀ ਹੈ ਮੈਨੂੰ ਕਿ ਮੈਂ ਇਹਨਾਂ ਦੀ ਕਿੰਨੀ ਇੱਜ਼ਤ ਕਰਨਾ, ਕਿੰਨਾ ਕੁਛ ਇਹਨਾਂ ਦੇ ਮੈਂ ਇਹਨਾਂ ਦੀ ਮਦਦ ਕਰਨਾ। ਅੱਲਾ ਮੈਨੂੰ ਮਾਫੀ ਦੇ, ਮੈਨੂੰ ਨਹੀਂ ਸ਼ਾਇਦ ਕਹਿਣਾ ਚਾਹੀਦਾ, ਮੈਂ ਇੱਜ਼ਤ ਬੇਸ਼ੁਮਾਰ ਕਰਨਾ। ਅਤੇ ਮੈਂ ਅੱਜ ਵੀ ਗੱਡੀ 'ਚ ਕਿਧਰ ਜਾਂਦਾ ਹਾਂ ਅਤੇ ਮੈਨੂੰ ਹਿਜੜੇ ਜਾਂਦੇ ਨਜ਼ਰ ਆਉਣ, ਮੈਂ ਗੱਡੀ ਖੋਲ੍ਹ ਕੇ ਹੇਠਾਂ ਉਤਰ ਕੇ ਅਤੇ ਫਿਰ ਹੱਥ ਜੋੜ ਕੇ ਅਤੇ ਮੈਂ ਕਹਿੰਦਾ ਮਾਈ ਦੁਆ ਕਰਿਓ ਪਾਕਿਸਤਾਨ ਵਾਸਤੇ। ਕਸਮ ਉਹਨੂੰ ਖੁਦਾ ਦੀ, ਮੈਂ ਅੱਜ ਕਿਸੇ ਮਜ਼ਾਰ 'ਤੇ ਗਿਆ, ਆਪਣੀ ਵਾਸਤੇ ਦੁਆ ਨਹੀਂ ਮੰਗੀ। ਮੈਂ ਕੀ ਕਹਿਣਾ? ਮੇਰਾ ਪਾਕਿਸਤਾਨ ਬਾਬਾ, ਮੇਰਾ ਪਾਕਿਸਤਾਨ, ਮੇਰੇ ਬੱਚੇ ਜਿਹੜੇ ਨੇ ਉਹਨਾਂ ਦੀ ਖੈਰਾਂ। ਆਪਣੇ ਇੱਥੇ ਮੰਗੇ ਕੁਛ ਨਹੀਂ, ਕਿਉਂਕਿ ਮੈਂ ਤਾਂ ਤੰਗ ਪੈ ਗਿਆ ਨਾ ਜੀ। ਕਿਆ ਕਹਿ ਗਏ? ਤੰਗ ਪੈ ਗਏ ਤੁਸੀਂ। ਅੱਲਾਹ ਤਾਲਾ ਦੀਆਂ ਇੰਨੀਆਂ ਨਿਅਮਤਾਂ, ਇੰਨੀ ਸ਼ੋਹਰਤ, ਇੰਨੇ ਇਲਮ ਦੇ ਬਾਵਜੂਦ ਮਲਾਮਤ ਕਰਦੇ ਹੋ। ਮਜ਼ਾ ਬੜਾ ਇਹਦੇ 'ਚ, ਮਲਾਮਤ ਹੀ ਮਜ਼ਾ ਬੜਾ। ਅੱਛਾ। ਮਲਾਮਤ ਅਸੀਂ ਸੂਫੀ ਲੋਕ ਹਾਂ, ਅਸੀਂ ਦੁਨੀਆਦਾਰ ਲੋਕ ਨਹੀਂ। ਮੈਂ ਚਾਹੁੰਦੇ ਕਿ ਤੁਹਾਨੂੰ ਗੱਲਾਂ ਦੱਸਾਂ, ਤੁਸੀਂ ਯਕੀਨ ਨਹੀਂ ਕਰੋਗੇ। ਅੱਛਾ, ਕੁਛ ਇੱਕ ਆਦ ਦੱਸੋ ਨਾ। ਤੁਸੀਂ ਆਪਣੀ ਸ਼ੇਪ ਸ਼ੁਰੂ ਕਰ ਦੇ। ਮੈਨੂੰ ਮੇਰਾ ਹਰ 25-30 ਸਾਲ ਹੋ ਗਏ ਨੇ, ਮੈਂ ਨਾਈ ਦੀ ਦੁਕਾਨ 'ਤੇ ਗਿਆ ਹੀ ਕਦੀ ਨਹੀਂ। ਨਾ ਮੇਰੇ ਵਾਲਾਂ ਨੂੰ ਕੈਂਚੀ ਲੱਗੀ, ਨਾ ਉਸ ਤਰ੍ਹਾਂ ਲੱਗਾ, ਨਾ ਮੇਰੀ ਦਾੜੀ ਨੂੰ ਲੱਗੀ ਹੈ ਅਤੇ ਨਾ ਮੇਰੇ ਸਿਰ ਦੇ ਵਾਲਾਂ ਨੂੰ ਲੱਗੀ। ਇਹ ਮੁੱਛਾਂ ਦੇ ਵਾਲ ਥੋੜ੍ਹੇ ਨੇ ਮੈਂ ਕੈਂਚੀ ਨਾਲ ਆਪ ਹੀ ਠੀਕ ਕਰ ਲੈਣਾ, ਤਾਂ ਕਿ ਪਾਣੀ ਮਕਰੂਹ ਨਾ ਹੋ ਜਾਏ, ਖਾਣਾ ਲੱਗ ਨਾ ਜਾਏ। ਇਹ ਇੱਥੋਂ ਇਹ 3 ਇੰਚ ਹਿੱਸਾ ਜਿਹੜਾ 2 ਇੰਚ ਹਿੱਸਾ, ਇਹਨੂੰ ਮੈਂ ਕੈਂਚੀ ਨਾਲ ਇੱਥੋਂ ਕੱਟ ਦੇਣਾ। ਨਾ ਮੇਰੇ ਵਾਲ, ਨਾ ਮੇਰੀਆਂ ਭਵਾਂ, ਨਾ ਮੇਰਾ ਖੱਤ, ਨਾ ਮੇਰੀ ਗੱਲ, ਨਾ ਕੋਈ ਸ਼ਾਇ ਕੋਈ। ਉਹਦੀ ਵਜ੍ਹਾ ਸਿਰਫ ਇਹ ਨਹੀਂ ਕਿ ਮੈਂ ਕੋਈ ਡਿਜ਼ਾਈਨ ਬਣਾਇਆ ਦਾ, ਨਹੀਂ, ਇਹਦੀ ਵਜ੍ਹਾ ਵੀ ਇੱਕ ਅਕੀਦਤ ਅਤੇ ਮੁਹੱਬਤ ਹੈ। ਕਿ ਐਵੇਂ ਮੇਰੇ ਇੱਕ ਵਾਰੀ ਇੱਕ ਬਜ਼ੁਰਗ ਸਨ ਮੈਨੂੰ, ਜਿਨ੍ਹਾਂ ਨੂੰ ਮੈਂ ਤੁਹਾਨੂੰ ਕਿਹਾ ਮੇਰੇ ਮੁਰਸ਼ਿਦ ਬਹੁਤ ਸਾਰੇ ਨੇ। ਸਹੀ। ਕਿਆ ਕਹਿ ਜਾ? ਮੁਰਸ਼ਿਦ ਮੇਰੇ ਬਹੁਤ ਸਾਰੇ। ਦੇਖੋ ਮੁਰਸ਼ਿਦ ਕਿਹਨੂੰ ਕਹਿੰਦੇ ਨੇ? ਮੁਰਸ਼ਿਦ ਨੂੰ ਕਹਿੰਦੇ ਨੇ ਕਿ ਜਿਹੜਾ ਬੰਦਾ ਤੁਹਾਨੂੰ ਚੰਗਾ ਲੱਗੇ, ਤੁਹਾਡੇ ਖਿਆਲਾਤ ਤੁਹਾਡੀ ਮਰਜ਼ੀ ਦੇ ਮੁਤਾਬਕ ਹੋਵੇ, ਜੋ ਤੁਹਾਡੀ ਵੀ ਜ਼ਿਹਨ 'ਚ ਹੈ, ਔਰ ਤੁਹਾਡੇ ਨਾਲ ਹਮੇਸ਼ਾ ਸਖਤੀ ਨਾਲ ਗੱਲ ਕਰੇ, ਔਰ ਆਪਣੇ ਮਸਲਿਆਂ ਦੇ ਵਿੱਚ ਬੜਾ ਸਖਤ ਹੋਵੇ, ਕੁੱਟੇ ਤੁਹਾਨੂੰ ਚੰਗੀ ਤਰ੍ਹਾਂ ਲੇਕਿਨ ਛੱਡੇ ਨਾ, ਉਹਨੂੰ ਕਹਿੰਦੇ ਨੇ ਮੁਰਸ਼ਿਦ। ਮੈਨੂੰ ਤਾਂ ਸਾਰਾ ਕੁਝ ਬਜ਼ੁਰਗਾਂ ਦੇ ਪੈਰਾਂ 'ਚ ਹੀ ਮਿਲਿਆ, ਉਹਨਾਂ ਕੋਲ ਨਹੀਂ ਲੱਭਾ। ਲੇਕਿਨ ਨਾ ਮੈਂ ਆਪਣੇ ਨਾਲ ਕੋਈ ਤਰੀਫਾਂ ਤੋਂ ਬਣੀ ਨਹੀਂ ਆ ਜੀ। ਪਤਾ ਨਹੀਂ ਖੁਦਾ ਜਾਣੇ ਕਿਹੜੀ ਰਹਿਮਤੁल्लाह ਅਲੈਹ, ਅਤੇ ਮੈਨੂੰ ਤੋਂ ਲਫ਼ਜ਼ ਹੀ ਨਹੀਂ ਆਉਂਦੇ ਜੋ ਕਿਸੇ ਆਪਣੇ ਨਾਲ ਇਹ ਬਜ਼ੁਰਗ ਲਿਖਦੇ ਨੇ। ਵਾਕਫੇ ਰਮੂਜ਼ ਓ ਫਕਰ ਓ ਜ਼ਿਆ, ਖੁਦਾ ਜਾਣੇ ਕਿਹੜੇ ਮੈਨੂੰ ਤੋਂ ਲਫ਼ਜ਼ ਵੀ ਨਹੀਂ ਆਉਂਦੇ ਜਿਹੜੇ ਇਹ ਲਿਖਦੇ ਨੇ। ਅਤੇ ਨਹੀਂ, ਐਸੀ ਗੱਲ ਨਹੀਂ। ਖਾ ਕੇ ਮਿਲ ਜਾਣਾ ਇਹ ਨਹੀਂ ਕੀ ਗੱਲ। ਕੋਈ ਮੇਰਾ ਮੁਰੀਦ ਨਹੀਂ, ਲੱਖਾਂ ਇਨਸਾਨ ਮੇਰੇ ਫਾਲੋਅਰ ਨੇ, ਮਰੀਜ਼ ਮੇਰਾ ਕੋਈ ਨਹੀਂ। ਬਾਬਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਵਕਤ ਦਾ, ਜਜ਼ਾਕ ਅੱਲਾ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਆਪਕੀ। ਅੱਛਾ, ਹੁਣ ਇੱਕ ਗੱਲ ਆਖਰੀ ਵਾਰੀ ਮੈਂ ਕਹਾਂਗਾ, ਆਪਣੇ ਮੀਡੀਆ ਨੂੰ ਇੱਕ ਗੱਲ ਛੋਟੀ ਜਿਹੀ ਕਹਾਂਗਾ, ਪਲੀਜ਼ ਤੁਹਾਡੀ ਬੜੀ ਮਿਹਰਬਾਨੀ ਹੈ, ਘਸੀਟਿਆ ਨਾ ਕਰੋ ਕਿਸੇ ਨੂੰ, ਗੋਲੀ ਮਾਰ ਛੋੜੋ, ਨਹੀਂ ਤੁਹਾਨੂੰ ਕੋਈ ਪਸੰਦ ਆਉਂਦਾ। ਅਤੇ ਜੇ ਤੁਹਾਡੀ ਕੋਈ ਗੱਲ ਤੁਹਾਡੀ ਸਮਝ 'ਚ ਨਹੀਂ ਆਈ, ਉਹਦੇ ਸਿਆਕੋ ਸਬਾਕ ਨੂੰ ਤੁਸੀਂ ਸਮਝ ਨਹੀਂ ਸਕਦੇ, ਤੁਸੀਂ ਆਪਣੀ ਇਲਮੀ ਤਜਰਬੇ ਦੀ ਵਜ੍ਹਾ, ਇਲਮੀ ਹਸੀਅਤ ਦੀ ਵਜ੍ਹਾ, ਕਿਸੇ ਵਜ੍ਹਾ ਨਾਲ ਤੁਸੀਂ ਕਿਸੇ ਗੱਲ ਨੂੰ ਨਹੀਂ, ਅਤੇ ਯਾਦ ਹੋਵੇ ਉਹਦੇ ਸਿਆਕੋ ਸਬਾਕ ਦੇ ਨਾਲ ਗੁਫ਼ਤਗੂ ਕਰੋ ਨਾ,